ਹੁਣ ਗੈਂਗਸਟਰਸ ਦੀ ਜਿਹੜੀਆਂ ਵਾਰਦਾਤਾਂ ਨੇ ਉਹ ਪੰਜਾਬ 'ਚ ਕਾਫੀ ਵੱਧ ਗਈਆਂ ਨੇ। ਆਏ ਦਿਨ ਅਸੀਂ ਕੋਈ ਨਾ ਕੋਈ ਗੱਲ ਸੁਣਦੇ ਹਾਂ ਤੇ ਇਹਨੂੰ ਦੇਖਦੇ ਹੋਏ ਭਗਵੰਤ ਮਾਨ ਉਹਨਾਂ ਨੇ ਐਂਟੀ ਗੈਂਗਸਟਰ ਜਿਹੜਾ ਸੈੱਲ ਹੈ ਉਹ ਬਣਾਇਆ, ਉਹਦੀ ਅਨਾਊਂਸਮੈਂਟ ਕੀਤੀ ਹੈ, ਜਿਹਦੇ ਮੁਖੀ ਰਹਿਣਗੇ ਵੀ ਪੰਜਾਬ ਦੇ ADGP। ਪਰ ਸਰਬਜੀਤ ਜੀ ਇਹ ਥੋੜ੍ਹਾ ਜਿਹਾ ਦੱਸੋ ਵੀ ਜਿਹੜੇ ਇਹ ਗੈਂਗਸਟਰਸ ਦੀ ਵਾਰਦਾਤਾਂ ਆ, ਅਸੀਂ ਪਹਿਲਾਂ ਵੀ ਸਵੇਰੇ ਗੱਲ ਕਰਦੇ ਸੀ ਜਦੋਂ ਵੀ ਇਹ ਪਹਿਲਾਂ ਵੀ ਸੀਗਾ, ਗੈਂਗਸਟਰਸ ਪਹਿਲਾਂ ਵੀ ਸੀਗੇ, ਉਹਨਾਂ ਦੀ ਕੋਈ ਆਏ ਦਿਨ ਕੋਈ ਨਾ ਕੋਈ ਵਾਰਦਾਤ ਅਸੀਂ ਸੁਣਦੇ ਰਹਿੰਦੇ ਸੀ। ਸਿੰਗਰਾਂ ਨੂੰ ਧਮਕਾਉਣਾ, ਐਕਟਰਾਂ ਨੂੰ ਧਮਕਾਉਣਾ ਇਹ ਪਹਿਲਾਂ ਵੀ ਹੁੰਦਾ ਸੀ। ਹੁਣ ਇੱਦਾਂ ਦਾ ਕੀ ਹੋ ਗਿਆ ਆ ਵੀ ਹੁਣ ਇੰਨੀਆਂ ਵੱਧ ਚੜ੍ਹ ਕੇ ਅਸੀਂ ਰੋਜ਼ ਆਏ ਦਿਨ ਕੋਈ ਨਾ ਕੋਈ ਗੱਲ ਸੁਣ ਰਹੇ ਹੁੰਦੇ ਹਾਂ, ਕਦੀ ਕਬੱਡੀ ਦੇ ਕੋਈ ਪਲੇਅਰ, ਕੋਈ ਹੋਰ ਖਿਡਾਰੀ ਜਾਂ ਕਿਸੇ ਸਿੰਗਰ ਨੂੰ ਧਮਕਾਇਆ ਜਾਂਦਾ ਐਕਸਟੋਰਸ਼ਨ ਮਨੀ ਲਈ। ਇਹ ਸਾਰਾ ਕੁਛ ਹੁਣ ਇੰਨਾ ਗਰਮਾ ਕਿਉਂ ਗਿਆ ਹੈ ਮਾਹੌਲ? ਇਹਦੇ ਵਿੱਚ ਜੇ ਆਪਾਂ ਥੋੜਾ ਧਿਆਨ ਦਈਏ ਨਾ ਜੀ, ਇਹਦੇ ਵਿੱਚ ਇਹ ਆਉਂਦਾ ਕਿ ਜਿਹੜੀ ਉਹ ਕਹੇ ਦੀ ਹੈ ਜੀ ਗੈਂਗਸਟਰਿਜ਼ਮ ਜਾਂ ਜਿਹੜੀ ਹਿੰਸਾ ਦੀ ਜਿਹੜੀ ਸਿਆਸਤ ਹੈ ਨਾ ਜੀ, ਉਹ ਬੜੀ ਅਜੀਬੋ ਗਰੀਬ ਖੇਡ ਹੈ। ਹੁਣ ਹਿੰਸਾ ਕੀ ਹੈ? ਹਿੰਸਾ ਅਸੀਂ ਸੋਚ ਲੈਂਦੇ ਹਾਂ ਜਿਸ ਨੂੰ ਵੀ ਚਾਹੇ ਕਿਤੇ ਟੈਰਰਿਜ਼ਮ ਕਹਿ ਲਓ, ਗੈਂਗਸਟਰਿਜ਼ਮ ਕਹਿ ਲਓ, ਵਾਇਲੈਂਸ ਦਾ ਕੋਈ ਵੀ ਤੌਰ ਤਰੀਕਾ ਵਾ, ਉਹ ਅਸੀਂ ਤਾਂ ਸੋਚ ਰਹੇ ਹਾਂ ਵੀ ਸਿਰਫ ਬੰਦੂਕ ਚਲਾਤੀ ਜਾਂ ਕੋਈ ਹਥਿਆਰ ਵਰਤ ਲਿਆ। ਇਹ ਉਹ ਨਹੀਂ ਹੈ, ਇਹ ਇੱਕ ਸਿਆਸਤ ਹੈ। ਜੇ ਅਸੀਂ ਇਹਨੂੰ ਸਿਆਸਤ ਦੇ ਤੌਰ ਤੇ ਸਮਝੀਏ ਵੀ ਇਹ ਇੱਕ ਸਿਆਸੀ ਪੈਂਤਰਾ ਵਾ ਕਿ ਤੁਸੀਂ ਲੋਕਾਂ ਤੇ ਜਿਹਨੂੰ ਕਹਿੰਦੇ ਆ ਕੰਟਰੋਲ ਕਰਨਾ ਪਰ ਜਵਾਬਦੇਹੀ ਨਹੀਂ ਕਰਨੀ ਜੀ। ਤੇ ਜਿਹੜੇ ਸਿਆਸੀ ਲੋਕ ਨੇ, ਜਿਵੇਂ ਹੁਣ ਪੰਜਾਬ ਦੀ ਆਪਾਂ ਪਿਛਲੀਆਂ ਚੋਣਾਂ 'ਚ ਦੇਖ ਲਈਏ, ਕਾਫੀ ਦੇਰ ਤੋਂ ਚੱਲ ਰਿਹਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹਿੰਸਾ ਦਾ ਐਲੀਮੈਂਟ, ਵਾਇਲੈਂਸ ਦਾ ਐਲੀਮੈਂਟ ਇੰਜੈਕਟ ਕਰਨ ਦੀ ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬ ਦੇ ਲੋਕਾਂ ਨੇ ਜਿਹੜਾ 1980-90 ਦਾ ਦਹਾਕਾ ਜਿਹੜਾ ਸੀ, ਜਿਹੜਾ ਹਿੰਸਾ ਦੇ ਨਾਲ ਜਿਹੜਾ ਇਹਨਾਂ ਦਾ ਐਕਸਪੈਰੀਮੈਂਟ ਰਿਹਾ, ਉਸ ਤੋਂ ਬਾਅਦ ਪੰਜਾਬ ਨੇ ਐਜ਼ ਏ ਪੀਪਲ ਉਹਨੂੰ ਰਿਜੈਕਟ ਕਰਦੇ ਆ ਰਹੇ ਆ। ਔਰ ਜਿਹੜੀਆਂ ਸਿਆਸੀ ਪਾਰਟੀਆਂ ਨੇ, ਕਿਉਂਕਿ ਉਹ ਪਰਫਾਰਮ ਨਹੀਂ ਕਰ ਪਾਉਂਦੀਆਂ, ਉਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੇ ਤੁਸੀਂ ਕੌਮਾਂਤਰੀ ਤੌਰ ਤੇ ਵੀ ਦੇਖੋ, ਸਿਆਸੀ ਪਾਰਟੀਆਂ ਖੌਫ ਸਿਰਜਦੀਆਂ ਨੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਅਸੀਂ ਡਰਾਈਏ। ਕੋਵਿਡ ਦਾ ਜਿਹੜੀ ਆਪਾਂ ਬਿਮਾਰੀ ਦੀ ਗੱਲ ਦੇਖਦੇ ਹਾਂ, ਉਹਨੂੰ ਵੀ ਇੱਕ ਬਿਮਾਰੀ ਨੂੰ ਵੀ ਖੌਫ ਦਾ ਯੰਤਰ ਬਣਾ ਕੇ ਲੋਕਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਿਮਾਰੀ ਨੂੰ ਵੀ ਇੱਧਰਲੇ ਪਾਸੇ। ਸੋ ਹਿੰਸਾ ਜਿਹੜੀ ਹੈਗੀ ਆ ਉਹ ਦੇਖਿਆ ਜਾਵੇ, ਹਿੰਸਾ ਦੇ ਨਾਲ ਤੁਸੀਂ ਲੋਕਾਂ ਨੂੰ ਕੰਟਰੋਲ ਕਿਵੇਂ ਕਰਨਾ। ਔਰ ਪੰਜਾਬ ਦੀ ਜੇ ਤੁਸੀਂ ਇਤਿਹਾਸ ਦੇਖੋ, ਸਿਕੰਦਰ ਤੋਂ ਲੈ ਕੇ, ਮੈਂ ਉਸ ਤੋਂ ਸ਼ੁਰੂ ਕਰਦਾ ਕਿ ਜਦੋਂ ਸਾਡੀ ਆ ਉਦੋਂ ਵੀ ਪਹਿਲਾਂ ਵੀ ਮੋਹਨਜੋਦਾਰੋ ਜਾਂ ਜੇ ਉਦੋਂ ਵੀ ਉਹ ਵੀ ਜਿਹੜੀਆਂ ਹਿੰਸਾ ਦੇ ਨਾਲ ਹੀ ਖਤਮ ਹੋਈਆਂ। ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਆਖਰ ਦੇ ਉੱਥੋਂ ਤੋਂ ਲੈ ਕੇ 1990 ਤੋਂ ਜਿਹੜਾ ਹੈਗਾ 80-90 ਦਾ ਦਹਾਕਾ ਸੀ, ਜਿਹੜੀ ਹਿੰਸਾ ਦਾ ਦੌਰ ਚੱਲਦਾ, ਇਹ ਸਾਈਕਲ 'ਚ ਚੱਲਦਾ। ਪੰਜਾਬ ਨੂੰ ਜੇ ਤੁਸੀਂ ਧਿਆਨ ਨਾਲ ਉਹਨੂੰ ਐਨਾਲਾਈਜ਼ ਕਰੋ, ਪੰਜਾਬ ਦੀ ਸਿਸਟਮ ਦੇ ਵਿੱਚ ਹਿੰਸਾ ਵੀ ਆ, ਤੇ ਜਿਹੜੀ ਜਦੋਂ ਅਸੀਂ ਫਰੀਡਮ ਸਟਰਗਲ ਆਪਣੀ ਦੇਖਦੇ ਆ, ਉਹਦੇ ਵਿੱਚ ਇਹ ਦੇਖੀਏ, ਇੱਕ ਪਾਸੇ ਤਾਂ ਪੰਜਾਬ ਹਿੰਸਕ ਵੀ ਆ, ਉੱਥੇ ਭਗਤ ਸਿੰਘ ਵੀ ਆ, ਬੱਬਰ ਅਕਾਲੀ ਲਹਿਰ ਵੀ ਆ, ਉੱਥੇ ਅਕਾਲੀ ਲਹਿਰ ਵੀ ਆ, ਜਿਹੜਾ ਜਦੋਂ ਗੁਰਦੁਆਰਾ ਮੂਵਮੈਂਟ ਚਲਾਉਂਦੇ ਆ, ਐਡੀ ਸ਼ਾਂਤਮਈ ਸੱਤਿਆਗ੍ਰਹਿ ਗਾਂਧੀ ਕੋਲੋਂ ਵੀ ਨਹੀਂ ਹੋ ਸਕਿਆ ਜਿੰਨਾ ਪੰਜਾਬੀਆਂ ਵਿੱਚ। ਹੁਣ ਅਸੀਂ ਦਿੱਲੀ ਦੀਆਂ ਬਰੂਹਾਂ ਤੇ 380 ਦਿਨਾਂ ਦਾ ਮੋਰਚਾ ਦੇਖਿਆ, ਐਡਾ ਸ਼ਾਂਤਮਈ ਮੋਰਚਾ। ਅਸੀਂ ਫਿਰ ਇੱਕ ਐਗਜ਼ਾਮਪਲ ਕੀਤੀ ਕਿ ਐਡੀ ਸਰਕਾਰ, ਪ੍ਰਧਾਨ ਮੰਤਰੀ ਮੋਦੀ ਜਿਹੜਾ ਇਹ ਕਹਿ ਰਿਹਾ ਸੀ ਕਿ ਮੇਰਾ 56 ਇੰਚ ਦਾ ਸੀਨਾ ਤੇ ਦਮਗਜੇ ਮਾਰਦਾ ਸੀ, ਕਹਿੰਦਾ ਸੀ ਮੈਂ ਕਿਸੇ ਦੀ ਸੁਣਨੀ ਨਹੀਂ ਹੈ, ਉਹਦੀ ਸਰਕਾਰ ਗੋਡਿਆਂ ਤੇ ਲਿਆਂਦੀ ਤੇ ਉਹਦੇ ਕੋਲ ਆਪਣੀ ਗੱਲ ਮਨਵਾਈ। ਇਹ ਦੋਨੋਂ ਪਾਸੇ ਆ। ਫਿਰ ਇਲੈਕਸ਼ਨ ਦੇ ਵਿੱਚ ਹੁਣ ਸਿੱਧਾ ਜਿਹੜਾ ਹੈਗਾ ਡੈਮੋਕ੍ਰੇਸੀ ਦੇ ਵਿੱਚ ਪੰਜਾਬ ਨੇ ਆਪਣਾ ਜਿਹੜਾ ਹੈਗਾ ਵਿਸ਼ਵਾਸ ਦਿਖਾਇਆ। ਹੁਣ ਇਹਨੂੰ ਤੋੜਨ ਵਾਸਤੇ, ਇਹਨੂੰ ਮੈਂ ਕਹਿੰਦਾ ਪੀਪਲਜ਼ ਏਜੰਡਾ ਹੈਗਾ, ਉਹ ਸ਼ਾਂਤਮਈ ਆ। ਹੁਣ ਇਹਨੂੰ ਤੋੜਨ ਵਾਸਤੇ ਜਿਹੜੀ ਸਿਆਸੀ ਪਾਰਟੀਆਂ ਨੇ ਉਹ ਹਿੰਸਾ ਵਰਤਦੀਆਂ ਨੇ। ਔਰ ਤੁਸੀਂ ਹੁਣ ਇਹ ਦੇਖੋ, ਅਸੀਂ ਗੱਲ ਕੀ ਕਰਦੇ ਆ ਆਮ ਲੋਕਾਂ ਦੇ ਵਿੱਚ, ਜਿਹੜੀ ਐਤਕੀ ਵੋਟਾਂ ਦਾ ਪੈਟਰਨ ਆ, ਕਾਹਦੇ ਖਿਲਾਫ? ਕਹਿੰਦੇ ਜੀ ਅਸੀਂ ਬਦਲਾਅ ਲਿਆਉਣਾ। ਬਦਲਾਅ ਕਾਹਦੇ ਖਿਲਾਫ ਆ? ਮਾਫੀਆ ਚੱਲਦੇ ਆ ਸਾਰੇ। ਕਿਹੜੇ ਮਾਫੀਆ ਨੇ ਜੀ? ਕੋਈ ਰੇਤ ਦਾ ਮਾਫੀਆ, ਕੋਈ ਟਰਾਂਸਪੋਰਟ ਮਾਫੀਆ, ਜਿੰਨੇ ਵੀ ਗਿਣ ਲਿਆ ਗਿਣ ਲਓ ਜੀ। ਈਵਨ ਮੈਡੀਕਲ ਮਾਫੀਆ, ਐਜੂਕੇਸ਼ਨ ਮਾਫੀਆ, ਕੇਬਲ ਦਾ ਮਾਫੀਆ। ਇਹ ਮਾਫੀਆ ਕੀ ਹੁੰਦੇ ਨੇ? ਇਹ ਇਟਲੀ ਤੋਂ ਹੀ ਗੱਲ ਆ, ਉੱਥੇ ਗੈਂਗਸਟਰਸ ਦੇ ਹੁੰਦੇ ਸੀ। ਇਹ ਜਿਹੜੇ ਮਾਫੀਆ ਸੀਗੇ ਪਹਿਲਾਂ ਸ਼ਿਕਾਗੋ ਵਗੈਰਾ ਚੱਲਦੇ ਸੀ, ਉਹ ਗੈਂਗਸਟਰਿਜ਼ਮ ਨੇ ਸੀਗਾ। ਸੋ ਜਿਹੜੀ ਸਿਆਸੀ ਪਾਰਟੀ ਨੇ ਜਾਂ ਜਿਹੜੇ ਵੈਸਟਡ ਇੰਟਰਸਟ ਨੇ, ਉਹ ਹੁਣ ਉਹ ਇਹਨਾਂ ਨੂੰ ਇਸਤੇਮਾਲ ਕਰਦੇ ਆ। ਸੋ ਵਾਰੀ ਸਿਰ ਕਦੇ ਨਾ ਕਦੇ, ਕਿਵੇਂ ਨਾ ਕਿਵੇਂ ਇਹ ਲੋਕਾਂ ਨੂੰ ਕੰਟਰੋਲ ਕਰਨ ਦਾ ਜਿਹੜੀ ਟੈਂਡੈਂਸੀ ਆ, ਉਹਦੇ ਵਿੱਚ ਵਾਇਲੈਂਸ ਆਉਂਦੀ ਆ। ਔਰ ਇਹਦਾ ਡਾਇਰੈਕਟ ਜਿਹੜਾ ਕੌਨਫਲਿਕਟ ਆ ਉਹ ਜਮਹੂਰੀਅਤ ਨਾਲ।
ਜਿਹੜੀਆਂ ਸਿਆਸੀ ਪਾਰਟੀਆਂ ਨੇ, ਮੈਨੂੰ ਜੈਸਮੀਨ ਜੀ ਬੜੀ ਇਹ ਅਜੀਬ ਜਿਹਾ ਇੱਕ ਫਿਨੋਮੀਨਾ ਵਾ, ਮੈਂ ਥੋੜਾ ਜਿਹਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਿਆਸੀ ਪਾਰਟੀਆਂ ਨੂੰ ਤਾਕਤ ਜਮਹੂਰੀਅਤ ਚੋਂ ਮਿਲਦੀ ਹੈ ਔਰ ਉਹ ਵੀ ਲੋਕਾਂ ਦੀ ਵੋਟ ਪਾਉਂਦੇ ਨੇ, ਪਰ ਜਦੋਂ ਸਿਆਸਤ ਦੇ ਵਿੱਚ ਜਦੋਂ ਪਾਵਰ 'ਚ ਆ ਜਾਂਦੇ ਨੇ ਉਸੇ ਜਮਹੂਰੀਅਤ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੰਦੇ ਆ ਜਿਹਨੇ ਉਹਨੂੰ ਪਾਵਰ ਦਿੱਤੀ। ਮੈਨੂੰ ਇਹ ਨਹੀਂ ਸਮਝ ਆਉਂਦੀ ਤੇ ਬਈ ਜਿਹੜੀ ਚੀਜ਼ ਨੇ ਤੁਹਾਨੂੰ ਤਾਕਤ ਦਿੱਤੀ ਤੁਸੀਂ ਉਹਨੂੰ ਹੀ ਕਮਜ਼ੋਰ ਕਿਉਂ ਕਰਦੇ? ਇਹ ਸਿਆਸੀ ਲੋਕਾਂ ਦਾ ਵੀ ਜਿਹੜਾ ਇਹਦੇ ਤੌਰ ਤਰੀਕਾ ਮੈਨੂੰ ਸਮਝ ਨਹੀਂ ਆਉਂਦਾ। ਔਰ ਫਿਰ ਉਹ ਜਿਹੜਾ ਗੈਰ ਜਮਹੂਰੀ ਤਰੀਕਾ ਹੁੰਦਾ, ਮਾਫੀਆ ਦੀ ਸਪੋਰਟ ਲੈਂਦੇ ਲੋਕਾਂ ਨੂੰ ਕੰਟਰੋਲ ਕਰਨ ਦੀ। ਸੋ ਇਹ ਜਿਹੜਾ ਇੱਕ ਕਸ਼ਮਕਸ਼ ਜਿਹੜੀ ਹੈਗੀ ਆ, ਤਾਂ ਹੀ ਤਾਂ ਫਿਰ ਪੰਜਾਬ ਦੇ ਵਿੱਚ ਉਹ ਕਹਿੰਦੇ ਆ ਨਾ ਜੀ ਰਵਾਇਤੀ ਪਾਰਟੀਆਂ ਨੂੰ ਪਰੇ ਪੂੰਝ ਕੇ ਇਸੇ ਲਈ ਸਿੱਟਿਆ ਕਿਉਂਕਿ ਉਹ ਗੈਰ ਜਮਹੂਰੀ ਤੌਰ ਤਰੀਕੇ ਵਰਤ ਕੇ ਲੋਕਾਂ ਨੂੰ ਕੰਟਰੋਲ ਕਰਦੇ ਆ। ਸੋ ਇਹ ਇੱਕ ਪ੍ਰੋਸੈਸ ਆ ਜਿਹੜਾ ਪੰਜਾਬ ਦੇ ਵਿੱਚ ਸਾਨੂੰ ਇਸ ਵੇਲੇ ਦੇਖਣ ਨੂੰ ਮਿਲ ਰਿਹਾ। ਸਰਬਜੀਤ ਜੀ, ਵੈਸੇ ਤਾਂ ਸਾਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਮਾਫੀਆ ਦੀ, ਗੈਂਗਸਟਰਸ ਦੀ ਗੱਲ ਕਰਦੇ ਹਾਂ, ਇਹ ਪਤਾ ਹੁੰਦਾ ਵੀ ਚਲੋ ਇਹਨਾਂ ਦੀ ਜਿਹੜੀ ਸਪੋਰਟ ਹੈ, ਇਹਨਾਂ ਨੂੰ ਜਿਹੜੀ ਫੰਡਿੰਗ ਹੈ ਜਾਂ ਇਹਨਾਂ ਦੇ ਸਿਰ ਤੇ ਜਿਹੜਾ ਹੈ ਸਿਆਸੀ ਪਾਰਟੀਆਂ ਦਾ ਹੱਥ ਹੁੰਦਾ। ਅਕਸਰ ਹੀ ਅਸੀਂ ਇਹ ਗੱਲ ਵੀ ਕਰਦੇ ਹਾਂ, ਸੁਣਿਆ ਵੀ ਹੈ। ਪਰ ਹੁਣ ਇੱਦਾਂ ਕਿਉਂ ਹੋ ਰਿਹਾ ਹੈ ਕਿ ਹੱਥ ਤਾਂ ਸਿਆਸੀ ਪਾਰਟੀਆਂ ਦਾ ਜਾਂ ਕੁਝ ਲੋਕਾਂ ਦਾ ਇੱਦਾਂ ਦਾ ਹੈ, ਪਰ ਜਿਹੜੇ ਪ੍ਰੋਬਲਮ ਜਾਂ ਔਖਾ ਜਿਹੜੇ ਇਸ ਗੈਂਗਸਟਰਸ ਕਰ ਰਹੇ ਨੇ ਉਹ ਆਮ ਜਨਤਾ ਨੂੰ ਕਰ ਰਹੇ ਨੇ। ਹੁਣ ਅਸੀਂ ਆਫ ਲੇਟ ਜਿਹੜਾ ਗੱਲਾਂ ਬਾਤਾਂ ਸੁਣੀਆਂ ਵੀ ਕਬੱਡੀ ਦੇ ਪਲੇਅਰ, ਕਬੱਡੀ ਵਿੱਚ ਵੀ ਆ ਗਏ ਗੈਂਗਸਟਰ। ਮੈਂ ਇੱਕ ਦਿਨ ਪੜ੍ਹਦੀ ਸੀ, ਇਹ ਵੀ ਹੋ ਗਿਆ। ਜਿਹੜੀ ਮਿਊਜ਼ਿਕ ਇੰਡਸਟਰੀ ਹੈ, ਪੰਜਾਬੀ ਫਿਲਮ ਇੰਡਸਟਰੀ ਹੈ, ਉਹਨਾਂ ਦੇ ਦਿਵਾਲੇ ਵੀ ਹੋ ਗਏ ਨੇ। ਕਿੱਥੇ ਇਹ ਜਿਹੜੇ ਗੈਂਗਸਟਰਸ ਦੇ ਜਨਮ ਜਿਹੜਾ ਹੁੰਦਾ ਹੈ ਵੀ ਸਿਆਸੀ ਪਾਰਟੀਆਂ ਜਾਂ ਕੁਝ ਸਿਆਸੀ ਲੋਕ ਇਹਨਾਂ ਨੂੰ ਪਨਾਹ ਦਿੰਦੇ ਨੇ ਤੇ ਇਹ ਇਹਨਾਂ ਲੋਕਾਂ ਦੇ ਮਗਰ ਕਿਉਂ ਆ ਜਾਂਦੇ ਨੇ? ਇੱਥੇ ਇਹਨਾਂ ਨੂੰ ਕੀ ਮਿਲਦਾ ਆ? ਨਹੀਂ, ਕੱਲਾ ਤੁਸੀਂ ਇਹਦੇ ਵਿੱਚ ਕੱਲਾ ਹੀ ਨਹੀਂ ਦੇਖਦੇ ਜੈਸਮੀਨ ਜੀ, ਇਹ ਆਈਸੋਲੇਟਡ ਨਹੀਂ ਹੈ। ਮੈਂ ਕਈ ਵਾਰੀ ਕਹਿ ਚੁੱਕਿਆ ਕਿ ਜਿਹੜੀ ਸਾਡਾ ਜਿਸ ਨੂੰ ਵਿਸ਼ਵੀਕਰਨ, ਗਲੋਬਲਾਈਜੇਸ਼ਨ ਦਾ ਜਿਹੜਾ ਇਸ ਵੇਲੇ ਦਾ ਮਾਡਲ ਦੁਨੀਆ ਤੇ ਚੱਲ ਰਿਹਾ, ਇਹ ਜਿਹੜਾ ਗਲੋਬਲਾਈਜੇਸ਼ਨ ਹੈ ਇਹਦੇ ਐਕਸਪੈਰੀਮੈਂਟ ਦੁਨੀਆ ਭਰ ਦੇ ਵਿੱਚ ਪਹਿਲਾਂ ਵੀ ਹੋਏ। ਮੈਨੂੰ ਇਹ ਕਹਿਣ 'ਚ ਗੁਰੇਜ਼ ਨਹੀਂ ਹੈ ਕਿ ਗਲੋਬਲਾਈਜੇਸ਼ਨ ਕਰਕੇ ਹੀ ਸਾਨੂੰ ਦੂਜੀ ਵਿਸ਼ਵ ਯੁੱਧ ਲੜਨਾ ਪਿਆ। ਉਹਦੇ ਵਿੱਚ ਮਾਰਕੀਟ ਜਿਹੜੀ ਮੰਡੀ ਆ ਉਹਦੇ 'ਚੋਂ ਵੰਡੀਆਂ ਕਿਵੇਂ ਪਾਉਣੀਆਂ ਨੇ। ਜਰਮਨੀ ਜਿਹੜਾ ਬਾਹਰ ਰਹਿ ਗਿਆ ਸੀ ਉਹਨੂੰ ਆਪਣੀ ਮੰਡੀ ਤਾਂ ਮਿਲਦੀ ਸੀ ਜੇ ਉਹਦਾ ਕੰਟਰੋਲ ਗਲੋਬਲਾਈਜੇਸ਼ਨ ਦੇ ਉੱਤੇ ਕੰਟਰੋਲ ਉਹ ਪੂਰਾ ਕਰਦਾ। ਪਰ ਉਸ ਵੇਲੇ ਦਾ ਜਿਹੜਾ ਗਲੋਬਲਾਈਜ਼ਡ ਇਕੋਨਮੀ ਸੀਗੀ ਉਹ ਸਾਰੀ ਦੀ ਸਾਰੀ ਯੂਕੇ ਦੇ ਹੱਥ ਸੀ। ਸੋ ਇਹ ਜਿਹੜੀ ਗਲੋਬਲਾਈਜੇਸ਼ਨ ਹਮੇਸ਼ਾ ਇਹੀ ਕਰਦੀ ਰਹੀ। ਜਦੋਂ ਤੁਸੀਂ ਇੱਕ ਮਾਡਲ ਦੀ ਜਿਹੜੀ ਹੈਗੀ ਆ ਟੋਟਲ ਕੰਟਰੋਲ ਇੱਕ ਮਾਡਲ ਦੇ ਹੱਥ ਦਿੰਦੇ ਹੋ ਉਹ ਇਹਦੇ ਚ ਆਉਂਦੀ ਆ। ਹੁਣ ਜਿਹੜੀ ਗਲੋਬਲਾਈਜੇਸ਼ਨ ਸੀ ਨਾ ਜੀ, ਪਿਛਲੇ ਟਾਈਮ ਪਹਿਲਾਂ ਤਾਂ ਜਿਹੜੀ ਪਹਿਲੀ ਗਲੋਬਲਾਈਜੇਸ਼ਨ ਸੀ ਵਰਲਡ ਵਾਰ 2 ਤੋਂ ਪਹਿਲਾਂ, ਉਹਦੇ ਵਿੱਚ ਜਿਹੜਾ ਸੀ ਸਿਰਫ ਕੈਪੀਟਲ ਦੀ ਗੱਲ ਹੁੰਦੀ ਸੀ, ਸਰਮਾਏ ਦੀ ਗੱਲ ਸੀਗੀ। ਤੁਸੀਂ ਸਿਰਫ ਬਈ ਪ੍ਰੋਫਿਟ ਕਿਵੇਂ ਕਮਾਉਣਾ, ਮੰਡੀ ਤੇ ਕਿਵੇਂ ਕਬਜ਼ਾ ਕਰਨਾ, ਉਹ ਸਾਰਾ ਦਾ ਸਾਰਾ। ਹੁਣ ਜਿਹੜਾ ਸਾਡਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਆ ਗਿਆ, ਇਹਦੇ ਵਿੱਚ ਕੈਪੀਟਲ ਦੀ ਰੈਲੇਵੈਂਸ, ਜਿਹੜੀ ਸਰਮਾਏ ਦੀ ਰੈਲੇਵੈਂਸ ਹੈ ਨਾ ਜੈਸਮੀਨ ਜੀ, ਉਹ ਬਹੁਤ ਘਟ ਗਈ ਹੈ। ਹੁਣ ਤੁਸੀਂ ਤਾਂ ਅਮੀਰ ਹੋ, ਤਾਂ ਤੁਸੀਂ ਧਨਾੜ ਹੋ, ਤਾਂ ਤੁਸੀਂ ਦੁਨੀਆ ਤੇ ਕੰਟਰੋਲ ਕਰਦੇ ਹੋ ਜੇ ਤੁਹਾਡਾ ਇਨਫੋਰਮੇਸ਼ਨ ਦੇ ਉੱਤੇ ਕੰਟਰੋਲ ਹੈ। ਹੁਣ ਇਨਫੋਰਮੇਸ਼ਨ ਦੇ ਉੱਤੇ ਕੰਟਰੋਲ ਕਰਨ ਦੇ ਬਹੁਤ ਸਾਰੇ ਤਰੀਕੇ ਨੇ। ਗੈਂਗਸਟਰਿਜ਼ਮ ਉਹਦੇ ਵਿੱਚੋਂ ਇੱਕ ਛੋਟਾ ਜਿਹਾ ਕਣ ਹੈ, ਪਰ ਇਹ ਨਜ਼ਰ ਜ਼ਿਆਦਾ ਆਉਂਦਾ ਕਿਉਂਕਿ ਸਾਡੀ ਲਾਈਫ ਨੂੰ ਡਾਇਰੈਕਟਲੀ ਅਫੈਕਟ ਕਰਦਾ। ਆਸ-ਪਾਸ ਜਿਹੜਾ ਸਾਡਾ ਸਿਕਿਉਰਿਟੀ ਐਨਵਾਇਰਨਮੈਂਟ ਆ ਉਹਨੂੰ ਇੰਪੈਕਟ ਕਰਦਾ। ਜਿਹਨੂੰ ਜਿਹੜਾ ਗੈਂਗਸਟਰਿਜ਼ਮ ਨੂੰ ਜਿਹੜਾ ਵਧਾਉਣ ਵਾਸਤੇ ਤੁਹਾਨੂੰ ਜਿਹੜਾ ਜਸਟਿਸ ਡਿਲੀਵਰੀ ਸਿਸਟਮ ਆ, ਨਿਆਂ ਪ੍ਰਣਾਲੀ ਆ, ਉਹ ਕੰਪਰੋਮਾਈਜ਼ ਹੁੰਦੀ ਆ। ਉੱਥੇ ਜਿਹੜਾ ਸਿਟੀਜ਼ਨ ਆ ਉਹਨੂੰ ਇਹ ਲੱਗਦਾ, ਹੁਣ ਜਿਹੜਾ ਤੁਸੀਂ ਆਪ ਹੀ ਦੇਖਦੇ ਵੀ ਬੱਚਾ ਵਾ ਮੇਰਾ ਬਾਹਰ ਜਾਂਦਾ ਵਾ, ਉਹ ਕਿਸੇ ਗੈਂਗਸਟਰ ਦੇ ਹੱਥ ਨਾ ਆ ਜਾਏ। ਸੋ ਬਈ ਉਹ ਜਿਹੜੀ ਹੁਣ ਜਿਹੜੀ ਇਨਫੋਰਮੇਸ਼ਨ ਵਾਲਾ ਜਿਹੜੇ ਕੰਟਰੋਲ ਦੀ ਗੱਲ ਆ, ਉਹ ਤਾਂ ਜਿਵੇਂ ਹੁਣ ਤੁਹਾਡੇ ਮੋਬਾਈਲ ਫੋਨ ਨੇ ਤੁਹਾਨੂੰ ਇਹ ਦੱਸਿਆ ਜਾਂਦਾ ਜੀ ਤੁਸੀਂ ਕਿਸ ਤਰ੍ਹਾਂ ਖਾਣਾ ਪੀਣਾ। ਹੁਣ ਜਿਵੇਂ ਭਾਰਤ ਦੇ ਵਿੱਚ ਇੱਥੇ ਤੱਕ ਅਸੀਂ ਇਹ ਤਾਂ ਗੈਂਗਸਟਰ ਜਿਹੜੇ ਕਬੱਡੀ ਪਲੇਅਰ ਵਾਲੀ ਤਾਂ ਗੱਲ ਦੇਖ ਲਈ। ਦੂਸਰੀ ਜਿਹੜੀ ਪੋਲੀਟੀਕਲ ਗੈਂਗਸਟਰਿਜ਼ਮ ਆ, ਜਿਹੜੀ ਹੁਣ ਦੇਖੋ ਤੁਸੀਂ ਹਿਜਾਬ ਪਾਉਣਾ ਕਿ ਨਹੀਂ ਪਾਉਣਾ, ਤੁਸੀਂ ਜਿਹੜਾ ਹੈਗਾ ਤੁਹਾਡਾ ਖਾਣ ਦਾ ਤਰੀਕਾ ਕੀ ਹੋਊਗਾ, ਜਿਹੜਾ ਉਹ ਸਾਰੇ ਦਾ ਸਾਰਾ ਕੰਟਰੋਲ ਆ ਉਹ ਇੱਕ ਮਾਹੌਲ ਦੇ ਵਿੱਚੋਂ ਹੀ ਪੈਦਾ ਹੁੰਦਾ। ਉਹ ਜਿਹੜੀ ਇਸ ਮਾਹੌਲ ਨੂੰ ਸਿਰਜਣ ਵਾਸਤੇ ਜਿਹੜਾ ਆਹ ਸਾਡਾ ਇਕਨੋਮਿਕ ਪੋਲੀਟੀਕਲ ਇਕੋਨਮੀ ਦਾ ਜਿਹੜਾ ਮਾਡਲ ਅਸੀਂ ਇਸ ਵੇਲੇ ਸਿਰਜਿਆ ਹੋਇਆ, ਉਹਦਾ ਸਭ ਤੋਂ ਵੱਡਾ ਰੋਲ ਉਹ ਉਸ ਨੂੰ ਸਾਰੇ ਨੂੰ, ਕਿਉਂਕਿ ਤੁਸੀਂ ਕੰਟਰੋਲ ਕਰਨ ਦਾ ਟੈਂਡੈਂਸੀਜ਼ ਨੇ, ਤੁਸੀਂ ਸਮਾਜ ਨੂੰ ਕੰਟਰੋਲ ਕਿਵੇਂ ਕਰਨਾ। ਸੋ ਉਹ ਸਾਰੀ ਦੀ ਸਾਰੀ ਉਹਦੇ ਵਿੱਚ ਹਿੰਸਾ ਇੱਕ ਬਹੁਤ ਇੱਕ ਅਹਿਮ ਜਿਹੜਾ ਹੈਗਾ ਜੀ ਕੰਪੋਨੈਂਟ ਹੈ। ਉਹਦੇ ਤਾਂ ਹੀ ਫਿਰ ਇਹ ਗੈਂਗਸਟਰ ਸਾਰੇ ਪਾਸੇ ਆਉਂਦੇ ਆ। ਹੁਣ ਤੁਸੀਂ
ਕਬੱਡੀ ਕੱਪ ਨੇ, ਜੀ। ਹੁਣ ਅੱਜ ਈਵਨ ਜਿਹੜੀ ਤੁਸੀਂ ਫਿਲਮ ਇੰਡਸਟਰੀ ਦੀ ਗੱਲ ਕਰਦੇ ਹੋ, ਇਹਦੇ ਵਿੱਚ ਇਹਨਾਂ ਦਾ ਲੋਕਾਂ ਦੇ ਨਾਲ ਨਾ ਡਾਇਰੈਕਟ ਕੰਟੈਕਟ ਹੈ। ਜਿਹੜੀ ਕਬੱਡੀ ਆ, ਸਾਰੇ ਜਾਣੇ ਕ੍ਰਿਕਟ ਖੇਡਣ ਨਹੀਂ, IPL ਦੇਖਣ ਨਹੀਂ ਜਾਂਦੇ, ਪਰ ਜੇ ਹੁਣ ਉਹ ਪਿੰਡਾਂ ਦੇ ਸਾਡੇ ਲੋਕ ਨਹੀਂ ਜਾਂਦੇ, ਪਰ ਹੁਣ ਜਿਹੜਾ ਕਬੱਡੀ ਦਾ ਉਹਦੇ 'ਚ ਉੱਠ ਕੇ ਤੁਰ ਜਾਂਦੇ ਨੇ ਸਾਰੇ। ਉੱਥੇ ਟਿਕਟ ਵੀ ਨਹੀਂ ਲੱਗਦੀ, ਔਰ ਉੱਥੇ ਜਾ ਕੇ ਟਿਕਟ ਲੈਣ ਦੀ ਬਜਾਏ ਉੱਥੇ ਪੈਸੇ ਲੋਕੀ ਟਿਕਟ ਨਾਲੋਂ ਵੱਧ ਪੈਸੇ ਦੇ ਆਉਂਦੇ ਨੇ ਕਬੱਡੀ ਦੇ ਪਲੇਅਰ ਨੂੰ। ਵੀ ਕਿਸੇ ਨੇ ਰੇਡ ਮਾਰੀ, ਕਿਸੇ ਨੇ ਜੱਫਾ ਮਾਰਿਆ, ਉਹਦੇ 'ਚੋਂ ਨਿਕਲ ਕੇ ਸਰਪੰਚ ਨੇ ਕਹਿਣਾ ਚੰਗਾ ਜੀ ਆ ਫਲਾਣੇ ਪਲੇਅਰ ਨੂੰ 1000 ਰੁਪਈਆ। ਸੋ ਇਹ ਅਗੇਨ ਉੱਥੇ ਕਿਉਂਕਿ ਲੋਕ ਇਨਵੋਲਵ ਨੇ, ਜਿੱਥੇ ਜਿੱਥੇ ਲੋਕ ਇਨਵੋਲਵ ਨੇ ਉੱਥੇ ਉੱਥੇ ਕੰਟਰੋਲ ਕਰਨ ਵਾਲੇ ਆ ਜਾਣਗੇ, ਜਿੱਥੇ ਜਿੱਥੇ ਕੰਟਰੋਲ ਕਰਨ ਦੀ ਕੋਸ਼ਿਸ਼ ਹੋਊਗੀ। ਇਹ ਸਾਰੀ ਗੱਲ ਬੇਸਿਕਲੀ ਜੇ ਤੁਸੀਂ ਧਿਆਨ ਨਾਲ ਅਸੀਂ ਇਹਨੂੰ ਐਨਾਲਾਈਜ਼ ਕਰੀਏ, ਬੇਸਿਕਲੀ ਜਿਹੜੀ ਅਸੀਂ ਪਾਪੂਲੇਸ਼ਨ ਆ ਉਹਨੂੰ ਕੰਟਰੋਲ ਕਰਨ ਦੀ ਜਿਹੜੀ ਇਹ ਚਾਹੇ ਸਿਆਸੀ ਲੋਕ ਹੋਣ ਤੇ ਚਾਹੇ ਜਿਹੜੇ ਬਿਜ਼ਨਸ ਜਿਹੜੀ ਹੈਗੀ ਕਮਿਊਨਿਟੀ ਉਹ ਆ, ਔਰ ਚਾਹੇ ਇਹਨੂੰ ਮੈਂ ਕਹਿ ਰਿਹਾ ਮਾਰਕੀਟ ਫੋਰਸਿਸ ਨੇ, ਸਿਆਸਤ ਪੋਲੀਟੀਕਲ ਫੋਰਸਿਸ ਤੇ ਜਿਹੜੀਆਂ ਮਾਰਕੀਟ ਫੋਰਸਿਸ ਨੇ, ਇਹ ਰਲ ਕੇ ਜਿਹੜੇ ਲੋਕਾਂ ਨੂੰ ਜਦੋਂ ਕੰਟਰੋਲ ਕਰਦੇ ਨੇ ਫਿਰ ਤੁਹਾਨੂੰ ਇਹੋ ਜਿਹੇ ਜਿਹੜੇ ਵਰਤਾਰੇ ਦੇਖਣ ਨੂੰ ਮਿਲਦੇ। ਜੀ, ਪਰ ਸਰਬਜੀਤ ਜੀ, ਇਹ ਜਿਹੜਾ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਵੀ ਐਂਟੀ ਗੈਂਗਸਟਰ ਸੈੱਲ ਬਣਾਇਆ ਉਹਨਾਂ ਨੇ, ਤੇ ADGP ਨੇ ਉਹ ਲੁੱਕ ਇਨਟੂ ਕਰਨਗੇ ਮੈਟਰ। ਇਹੋ ਜਿਹੇ ਸੈੱਲ ਅਸੀਂ ਬਹੁਤ ਪਹਿਲਾਂ ਵੀ ਦੇਖੇ ਆ, ਜਦੋਂ ਨਸ਼ਿਆਂ ਨੂੰ ਰੋਕਣਾ ਸੀ ਉਦੋਂ ਵੀ ਸੈੱਲ ਬਣੇ ਸੀ। ਇਹ ਜਿਹੜਾ ਐਂਟੀ ਗੈਂਗਸਟਰ ਸੈੱਲ ਹੈ, ਇਹ ਬੇਸਿਕਲੀ ਕਰੂਗਾ ਕੀ? ਇਹਦਾ ਕੰਮ ਕੀ ਹੈ? ਉੱਥੇ ਇਹਨੂੰ ਬਣਾਉਣ ਦਾ ਮਨਸ਼ਾ ਤਾਂ ਇਹੀ ਹੈ ਵੀ ਚਲੋ ਗੈਂਗਸਟਰਸ ਤੇ ਠੱਲ ਪਾਈ ਜਾਏ, ਪਰ ਇਹ ਕਰੇਗਾ ਕੀ? ਆਪਰੇਟ ਕਿੱਦਾਂ ਕਰੇਗਾ? ਕਿਉਂਕਿ ਗੈਂਗਸਟਰਸ ਦੀ ਐਕਟੀਵਿਟੀਜ਼ ਬਿਲਕੁਲ ਵੱਖਰੀਆਂ ਹੁੰਦੀਆਂ। ਹੁਣ ਜੇ ਬਿਕਰਮ ਮਜੀਠੀਆ ਕਹਿ ਰਹੇ ਨੇ ਵੀ ਮੈਨੂੰ ਪਟਿਆਲਾ ਸੈਂਟਰਲ ਜੇਲ੍ਹ 'ਚ ਮੇਰੀ ਜਾਨ ਨੂੰ ਖਤਰਾ ਆ, ਹੈ ਨਾ, ਸੋ ਇੱਥੇ ਮੈਂ ਐਂਟੀ ਗੈਂਗਸਟਰ ਸੈੱਲ ਦੇਖਦੀ ਹਾਂ ਵੀ ਮੈਨੂੰ ਗੈਂਗਸਟਰਸ ਤੋਂ ਖਤਰਾ ਹੈ, ਮੈਨੂੰ ਡਰ ਹੈ, ਮੈਨੂੰ ਕੋਈ ਇੱਥੇ ਮਾਰ ਜੂਗਾ। ਇਹ ਜਿਹੜਾ ਸੈੱਲ ਹੈ ਇੱਥੇ ਕਿੱਦਾਂ ਆਪਰੇਟ ਕਰੂਗਾ? ਜੈਸਮੀਨ ਜੀ, ਪਹਿਲਾਂ ਤਾਂ ਇਹ ਇਕੱਲਾ ਹੀ ਹੈਗਾ। ਅਸੀਂ ਇਹ ਬਹੁਤ, ਤੁਸੀਂ ਬਿਲਕੁਲ ਠੀਕ ਕਿਹਾ। ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੇ ਵੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਬਣਾਇਆ ਸੀ, OCU ਜਿਸ ਨੂੰ ਕਿਹਾ ਜਾਂਦਾ ਸੀ। ਬੇਸਿਕਲੀ ਇਹ ਤਾਂ ਉਸੇ ਦਾ ਹੀ ਐਕਸਟੈਂਸ਼ਨ ਆ ਜਾਂ ਉਹਨੂੰ ਫਰਦਰ ਮੋਬਿਲਾਈਜ਼ ਕਰਨ ਦੀ ਗੱਲ ਹੈ। ਨਾਲ ਹੀ ਨਾਲ ਜਿਸ ਤਰ੍ਹਾਂ ਇਹ ਅਨਾਉਂਸਮੈਂਟ ਹੋਣ ਤੋਂ ਬਾਅਦ, ਜਿਸ ਤਰ੍ਹਾਂ ਮਨਜਿੰਦਰ ਸਿਰਸਾ ਹੋਣੀ ਵੀ ਕਹਿ ਰਹੇ ਆ 21 ਦਿਨਾਂ ਦੇ ਵਿੱਚ 19 ਕਤਲ ਹੋਣੇ, ਉਹ ਵੀ ਇੰਪੋਰਟੈਂਟ ਗੱਲ ਹੁੰਦੀ ਹੈ। ਔਰ ਉਹ 'ਚ ਕਬੱਡੀ ਪਲੇਅਰ, ਵਾਲੀਬਾਲ ਪਲੇਅਰ, ਫਿਰ ਇਸ ਤਰ੍ਹਾਂ ਦੇ ਕਈ ਲੋਕੀ ਇਨਵੋਲਵਡ ਹੋਏ, ਉਹਨਾਂ ਦਾ ਨੁਕਸਾਨ ਹੋਇਆ। ਫਿਰ ਭਗਵੰਤ ਮਾਨ ਬਤੌਰ ਚੀਫ ਮਿਨਿਸਟਰ ਜਿਹੜੇ ਹੈਗੇ ਪ੍ਰਬੋਧ ਬਾਨ ਨੂੰ, ADGP ਨੂੰ ਲਾਉਂਦੇ ਨੇ ਇਸ ਜਿਹੜਾ ਟਾਸਕ ਫੋਰਸ ਹੈ ਉਹਦੇ ਉੱਤੇ। ਤੇ ਨਾਲ ਇਹ ਕਹਿੰਦੇ ਆ ਕਿ ਜੇ ਕੋਈ ਇਹੋ ਜਿਹੀ ਐਕਟੀਵਿਟੀ ਹੁੰਦੀ ਆ ਤਾਂ ਜਵਾਬਦੇਹੀ SSP ਦੀ ਜਾਂ ਜਿਹੜਾ ਡਿਸਟ੍ਰਿਕਟ ਦਾ ਕਮਿਸ਼ਨਰ ਆਫ ਪੁਲਿਸ ਉਹਦੀ ਹੋਏਗੀ ਉਹਨਾਂ ਦੇ ਉੱਤੇ। ਸੋ ਪ੍ਰੈਸ਼ਰ ਪਾਉਣ ਦੀ ਗੱਲ। ਫਿਰ ਨਾਲ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਅਸੀਂ ਕਰਨੀ ਚਾਹੀਦੀ ਹੈ ਇਸ ਮੌਕੇ ਤੇ, ਇੱਕ ਸਾਡਾ ਜਿਹੜਾ ਬੁੱਧੀਜੀਵੀ ਸੈਕਸ਼ਨ ਆ ਸਮਾਜ ਦਾ, ਉਹ ਕਹਿੰਦੇ ਜੀ ਪੁਲਿਸ ਨੂੰ ਆਜ਼ਾਦ ਕਰ ਦਿਓ, ਪੁਲਿਸ ਨੂੰ ਫ੍ਰੀ ਹੈਂਡ ਦਿਓ। ਅਸੀਂ ਦੇਖ ਚੁੱਕੇ ਆ 80-90 ਦੇ ਵਿੱਚ ਪੁਲਿਸ ਨੂੰ ਫ੍ਰੀ ਹੈਂਡ ਦੇ ਕੇ ਜੀ ਕਿੰਨੇ ਜਿਹੜਾ ਨੁਕਸਾਨ ਹੋਇਆ, ਜਿੰਨਾ ਜਿਹੜੀਆਂ ਡਿਸਅਪੀਅਰਡ ਲੋਕ, ਇੱਕ ਤਾਂ ਫੇਕ ਐਨਕਾਊਂਟਰ 'ਚ ਤਾਂ ਲੋਕੀ ਮਿਲ ਕੇ ਹਜ਼ਾਰਾਂ ਸਾਡੇ ਨੌਜਵਾਨ ਡਿਸਅਪੀਅਰ ਹੋਏ ਆ, ਉਹ ਲੱਭੇ ਹੀ ਨਹੀਂ ਕਦੇ ਗਏ ਕਿੱਥੇ। ਤੇ ਜਿਹਨੇ ਜਸਵੰਤ ਖਾਲੜਾ ਨੇ ਉਹ ਡਿਸਅਪੀਅਰਡ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਉਹ ਫ੍ਰੀ ਹੈਂਡ ਵਾਲੀ ਪੁਲਿਸ ਨੇ ਉਹਨੂੰ ਵੀ ਖਪਾਤਾ। ਸੋ ਔਰ ਉਹਨਾਂ ਦੇ ਕੇਸ ਆਏ ਦਿਨ ਹੁਣ ਤੁਹਾਨੂੰ ਦੇਖਣ ਨੂੰ ਮਿਲਦਾ ਕਿ ਉਹਨਾਂ ਦੀ ਜਿਹੜੀ ਜਵਾਬਦੇਹੀ ਹੁੰਦੀ ਹੈ, ਜੁਡੀਸ਼ੀਅਲ ਉਹਨਾਂ ਦੀ ਸਕਰੂਟਨੀ ਹੁੰਦੀ ਆ, ਤਾਂ ਉਹ ਨਜ਼ਰ ਆਉਂਦਾ ਕਿ ਉਹ ਫ੍ਰੀ ਹੈਂਡ ਨੇ ਕਿੰਨਾ ਸਾਡਾ ਨੁਕਸਾਨ ਕੀਤਾ। ਗੱਲ ਇਹ ਆ ਤੁਹਾਡੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਲੋਕਾਂ ਨੇ ਚੁਣੀ ਆ, ਉਹ ਕਿੰਨੀ ਸੁਹਿਰਦ ਆ ਤੇ ਉਹ ਆਪਣੀ ਰਿਸਪੌਂਸਿਬਿਲਿਟੀ ਕਿੰਨੀ ਸਮਝਦੀ ਆ ਪੁਲਿਸ ਨੂੰ ਕੰਟਰੋਲ ਕਰਨ ਦੀ ਔਰ ਪੁਲਿਸ ਨੂੰ ਡਾਇਰੈਕਸ਼ਨ ਦੇਣ ਦੀ। ਇੱਥੇ ਹੁਣ ਆਉਂਦੀ ਆ ਜੀ ਇਹ ਗੈਂਗਸਟਰ, ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਬਣੀ ਆ। ਇਕੱਲੀ ਐਂਟੀ ਗੈਂਗਸਟਰਸ ਦੀ ਗੱਲ ਨਹੀਂ ਆ। ਇਹ ਤਾਂ ਜਿਹੜਾ ਮੈਂ ਬਿਕਰਮ ਮਜੀਠੀਆ ਦਾ ਜਿਹੜਾ ਬਿਆਨ ਆ, ਉਹ ਤਾਂ ਨਹੀਂ, ਮੈਂ ਬੜਾ ਉਹਨੂੰ ਤਰਜੀਹ ਨਹੀਂ ਦਊਂਗਾ, ਪਰ ਇਗਨੋਰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਿਛਲੇ 2 ਸਾਲ ਪਹਿਲਾਂ ਗੈਂਗਸਟਰਸ ਨੇ ਹੀ ਜਿਹੜੇ ਸੀਗਾ ਜੀ ਨਾਭਾ ਜੇਲ੍ਹ ਬਿਲਕੁਲ ਉਹਨਾਂ ਨੇ ਤੋੜੀ, ਉਹ ਬੜੀ ਸੈਂਸੇਸ਼ਨਲ ਸੀਗਾ। ਦੂਸਰੀ ਜਿਹੜਾ ਸਟੈਟਿਸਟਿਕਸ ਹੈ, ਇਟ ਇਜ਼ ਈਵਨ ਮੋਰ ਡਿਸਟਰਬਿੰਗ। ਉਹ ਇਹ ਕਹਿੰਦੇ 70 ਗਰੁੱਪ ਨੇ ਗੈਂਗਸਟਰ ਦੇ ਪੰਜਾਬ ਦੇ ਵਿੱਚ, ਜਿਨ੍ਹਾਂ ਦੇ 500 ਐਕਟਿਵ ਮੈਂਬਰ ਨੇ, ਉਹਨਾਂ ਚੋਂ 300 ਆਲਰੇਡੀ ਜੇਲ੍ਹ 'ਚ ਨੇ ਜਿਹੜੇ ਹੈਗੇ ਆ।
ਔਰ ਉਹ ਜੇਲ੍ਹ ਚੋਂ ਜਿਹੜੇ ਹੈਗੇ ਆ ਫਿਰ ਉਹ ਆਪਣੀ ਕਾਰਵਾਈਆਂ ਕਰ ਰਹੇ ਆ, ਵੱਡੇ ਵੱਡੇ ਨਾਂ ਬਣਨੇ ਸ਼ੁਰੂ ਹੋ ਗਏ, ਹੁਣ ਉਹ ਲੈਜੈਂਡਸ ਬਣ ਰਹੇ। ਇੱਕ ਪਾਸੇ ਜੈਸਮੀਨ ਜੀ ਸਾਨੂੰ ਇੱਕ ਹੋਰ ਵੀ ਚੀਜ਼ ਅਸੀਂ ਇਗਨੋਰ ਨਹੀਂ ਕਰ ਸਕਦੇ, ਉਹ ਇਹ ਆ ਕਿ ਜਿਹੜੀ ਸਰਕਾਰ ਦੀਆਂ ਨਾਕਾਮੀਆਂ, ਸਪੈਸ਼ਲੀ ਜਿਹੜੀ ਨਿਆਂ ਪ੍ਰਣਾਲੀ ਆ ਸਾਡੀ, ਜਿਹੜੀ ਜਸਟਿਸ ਡਿਲੀਵਰੀ ਆ, ਲੋਕਾਂ ਨੂੰ ਨਿਆਂ ਨਾ ਮਿਲਣਾ, ਉਹਦੇ ਵਿੱਚ ਫਿਰ ਗੈਰ ਕਾਨੂੰਨੀ ਤੌਰ ਤਰੀਕੇ ਵੀ ਵਰਤੇ ਜਾਂਦੇ ਆ ਆਪਣਾ ਨਿਆਂ ਲੈਣ ਵਾਸਤੇ, ਜਿਹਦੇ ਚ ਗੈਂਗਸਟਰਸ ਨੂੰ ਇੱਕ ਆਪਰੇਟ ਕਰਨ ਦੀ ਜਗ੍ਹਾ ਮਿਲਦੀ ਹੈ। ਹੁਣ ਤੁਸੀਂ ਆਮ ਹੀ ਆਪਾਂ ਦੇਖ ਲੈਂਦੇ ਆ ਕਈ ਵਾਰੀ ਜੇ ਕਿਤੇ ਧੱਕਾ ਧੁੱਕਾ ਹੋਣਾ ਹੁੰਦਾ ਸੀ, ਜਿਹੜੇ ਬੈਡ ਐਲੀਮੈਂਟ ਹੈ ਆਪਣਾ, ਮੈਂ ਇੱਕ ਐਗਜ਼ਾਮਪਲ ਦਿੰਦਾ ਕਿਰਾਏਦਾਰਾਂ ਦੀ, ਤੁਹਾਡੀ ਘਰ ਚੋਂ ਤੁਹਾਡੀ ਪ੍ਰਾਪਰਟੀ ਚੋਂ ਕਿਰਾਏਦਾਰ ਨਹੀਂ ਨਿਕਲਦੇ, ਲੋਕੀ ਕਹਿੰਦੇ ਕੋਰਟ ਦੀ ਬਜਾਏ ਨਾ ਪੈਸੇ ਕਿਸੇ ਇਹੋ ਜਿਹੇ ਗੈਂਗਸਟਰ ਨੂੰ ਦੇ ਦਿਓ, ਉਹ ਤੁਹਾਡਾ ਕਢਾ ਦੂਗਾ ਜੀ। ਇੱਥੇ ਤੱਕ ਵੀ ਈਵਨ ਜਿਹੜੇ ਵਿਆਹ ਦੇ ਕੇਸਿਸ ਨੇ, ਕੁੜੀ ਨਹੀਂ ਵਸਦੀ ਜਾਂ ਕੁੜੀ ਨੂੰ ਜਿਹੜੇ ਹੈਗੇ ਆ ਉਹਦੇ ਸਹੁਰੇ ਤੰਗ ਕਰਦੇ ਆ, ਦਾਜ ਦਾ ਕੇਸ ਬਣ ਜਾਂਦਾ, ਜਾਂ ਨਜਾਇਜ਼ ਵੀ ਕੁੜੀਆਂ ਕਿਸੇ ਲੈਵਲ ਦੇ ਉੱਤੇ ਉਹਨਾਂ ਦਾ ਆਪ ਨਹੀਂ ਉੱਥੇ ਆਪਣੇ ਸਹੁਰੇ 'ਚ ਰਹਿਣ ਨੂੰ ਜੀ ਕਰਦਾ ਤੇ ਉਹ ਛੱਡ ਕੇ ਆਉਣਾ ਚਾਹੁੰਦੇ ਆ, ਉਹ ਦਾਜ ਦਾ ਕੇਸ ਪਾ ਦਿੰਦੇ ਆ ਸਹੁਰਿਆਂ ਦੇ ਉੱਤੇ। ਉਹ ਇੰਸਟੈਡ ਆਫ ਗੋਇੰਗ ਟੂ ਦੀ ਕੋਰਟ ਉਹ ਕਹਿੰਦੇ ਚੰਗਾ ਕਿਸੇ ਗੈਂਗਸਟਰ ਨੂੰ, ਕਿਉਂਕਿ ਕੋਰਟਸ ਦਾ ਕੇਸ ਮੁੱਕਣਾ ਹੀ ਨਹੀਂ ਜੀ, ਔਰ ਉਹ ਕਹਿੰਦੇ ਜੀ ਗੈਂਗਸਟਰ ਦੇ ਨਾਲ ਇਨਸਟੈਂਟ ਜਸਟਿਸ ਕਰਵਾ ਲਓ। ਹੁਣ ਅੱਗੇ ਜਾ ਕੇ ਹੁਣ ਜਿਹੜੀ ਦੂਸਰੀ ਜਿਹੜੀ ਖਾਕੀ ਵਰਦੀ 'ਚ ਗੈਂਗਸਟਰ ਤੁਰੇ ਫਿਰਦੇ ਆ, ਹੁਣ ਉਹ ਵੀ ਬੜੀ ਕਮਾਲ ਦੀ ਗੱਲ ਆ। ਜੇ ਹੁਣ ਮੇਰੇ ਘਰੇ ਮੇਰੇ ਨੌਕਰ ਨੇ ਚੋਰੀ ਕਰ ਲਈ, ਹੁਣ ਮੈਂ ਉਹਨੂੰ ਕਹਿੰਦਾ ਜੀ ਥਾਣੇਦਾਰ ਨੂੰ ਕਹਿੰਦਾ ਮੇਰਾ ਨੌਕਰ ਚੱਕ, ਤੇ ਅਸੀਂ ਕੀ ਕਹਿੰਦੇ ਆ, ਪਰਚਾ ਨਾ ਦਰਜ ਕਰੀਏ, ਇਹਦੇ 4 ਪਟੇ ਲਾ ਦੇ। ਬਿਲਕੁਲ ਜੀ। ਸੋ ਉਹ ਜਿਹੜਾ ਮਾਹੌਲ ਜਿਹੜਾ ਬਣਾਉਂਦੇ ਆ ਉਹ ਅਸੀਂ ਆਪ ਵੀ ਬਣਾਉਂਦੇ ਆ, ਔਰ ਉਹਦਾ ਕਾਰਨ ਇਹ ਹੈ ਕਿ ਜਿਹੜਾ ਬੇਸਿਕਲੀ ਸਾਡਾ ਜਿਹੜਾ ਜਸਟਿਸ ਡਿਲੀਵਰੀ ਦਾ ਸਿਸਟਮ ਆ ਉਹ ਇੰਨਾ ਕੁ ਖੋਖਲਾ ਹੋ ਚੁੱਕਿਆ, ਲੋਕਾਂ ਦਾ ਉਹਦੇ 'ਚ ਵਿਸ਼ਵਾਸ ਨਹੀਂ ਹੈ। ਸੋ ਜਿਹੜੇ ਗੈਂਗਸਟਰ ਹੁਣ ਉਹਦੇ ਵਿੱਚ ਵੀ ਜੈਸਮੀਨ ਜੀ ਬੜੀ ਕਮਾਲ ਦੀ ਗੱਲ ਹੈ ਕਿ ਇੱਕ ਤਾਂ ਲੈਵਲ ਤੇ ਐਕਸਟੋਰਸ਼ਨ ਵਗੈਰਾ ਕਰਦੇ, ਮੇਕਿੰਗ ਅ ਫਾਸਟ ਬਕ। ਹੁਣ ਕੁਝ ਗੈਂਗਸਟਰਸ ਨੂੰ ਗੁੱਡ ਗੈਂਗਸਟਰਸ, ਰੋਬਿਨ ਹੁੱਡ ਉਹਨਾਂ ਦੀ ਉਹਨਾਂ ਦੇ ਫਿਲਮਾਂ ਵੀ ਬਣਦੀਆਂ ਜੀ, ਉਹ ਲੋਕਾਂ ਦਾ ਭਲਾ ਕਰਦੇ ਆ ਜੀ ਕਹਿੰਦੇ। ਹੁਣ ਉਹ ਬਈ ਕਾਨੂੰਨ ਨੂੰ ਤੋੜ ਕੇ ਉਹ ਇਸ ਲਈ ਜਿਹੜਾ ਹੈਗਾ ਸਾਡਾ ਭਲਾ ਕੀਤਾ। ਸੋ ਇਹ ਵੀ ਇੱਕ ਜਿਹੜੀ ਹੈਗੀ ਆ ਭਗਵੰਤ ਮਾਨ ਦੀ ਸਰਕਾਰ, ਕਿਉਂਕਿ ਬਦਲਾਵ ਦੀ ਸਰਕਾਰ ਹੈ, ਔਰ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਅਸੀਂ ਚਿਹਰਾ ਬਦਲਾਂਗੇ, ਉਹ ਸਿਸਟਮ ਬਦਲਣ ਦੀ ਗੱਲ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਨਿਆਂ ਪ੍ਰਣਾਲੀ ਦਾ ਕੰਮ ਹੈ, ਇਹ ਬਹੁਤ ਵੱਡਾ। ਮੈਂ ਤਾਂ ਇਹ ਕਹਿਣਾ ਕਿ ਈਵਨ ਜਿਹੜੀਆਂ ਫ੍ਰੀ ਬੀਜ਼ ਉਹ ਕਹਿ ਰਹੇ ਆ ਜੀ 1000 ਰੁਪਇਆ ਬੀਬੀਆਂ ਨੂੰ ਦੇਤਾ, 300 ਯੂਨਿਟ ਜਿਹੜੇ ਹੈਗੇ ਆ ਫ੍ਰੀ ਦੇ ਤੇ ਬਿਜਲੀ ਦੇ, ਇਹੋ ਜਿਹੀਆਂ ਗੱਲਾਂ ਜਿਹੜੀਆਂ ਭਗਵੰਤ ਮਾਨ ਔਰ ਕੇਜਰੀਵਾਲ ਕਰ ਰਹੇ ਆ, ਉਹਦੀ ਬਜਾਏ ਜਿਹੜਾ ਜਸਟਿਸ ਡਿਲੀਵਰੀ ਸਿਸਟਮ ਆ, ਲੋਕਾਂ ਦਾ ਨਿਆਂ ਪ੍ਰਣਾਲੀ 'ਚ ਵਿਸ਼ਵਾਸ ਵਾਪਸ ਆ ਜਾਏ, ਸਰਕਾਰ ਦੀ ਫੰਕਸ਼ਨਿੰਗ 'ਚ ਵਿਸ਼ਵਾਸ ਹੋ ਜਾਏ, ਫਿਰ ਤੁਹਾਡੀਆਂ ਜਿਹੜੀਆਂ ਗਲੀਆਂ ਮੁਹੱਲੇ ਆ ਉਹ ਸੇਫ ਹੋ ਜਾਣ, ਤਾਂ ਤੁਹਾਡੀ ਇਕਨੋਮਿਕ ਪ੍ਰੋਗਰੈਸ ਉਹਦੇ ਨਾਲ ਹੋਣੀ ਆਪੇ ਸ਼ੁਰੂ ਹੋ ਜਾਂਦੀ। ਜੀ ਬਿਲਕੁਲ। ਸਰਬਜੀਤ ਜੀ, ਅਸੀਂ ਗੱਲ ਕਰ ਰਹੇ ਸੀਗੇ ਵੀ ਇਹ ਐਂਟੀ ਗੈਂਗਸਟਰ ਸੈੱਲ ਬਣਿਆ ਹੈ, ਸਾਰਾ ਕੁਛ ਗੱਲਾਂ ਬਾਤਾਂ ਕੀ ਇਹ ਪੋਲੀਟੀਕਲ ਜਿਹੜੀ ਹੈ ਇਹਨਾਂ ਦੀ ਛੱਤਰ ਛਾਇਆ ਹੁੰਦੀ ਹੈ ਸਾਰਾ ਕੁਛ, ਪਰ ਇਹ ਜਿਹੜੀ ਗੱਲ ਹੈ ਕਿ ਆਫ ਲੇਟ ਜਦੋਂ ਮੈਂ ਸੁਣਦੀ ਹਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ ਜਿਹਨੂੰ ਦੇਖ ਲਓ, ਕਲਾਕਾਰ ਖਾਸ ਤੌਰ ਤੇ, ਹੁਣੇ ਰੀਸੈਂਟਲੀ ਗੱਲ ਹੋਈ ਵੀ ਮਨਕਿਰਤ ਔਲਖ ਨੇ ਵੀ ਕਿਹਾ ਵੀ ਮੈਨੂੰ ਵੀ ਜਿਹੜੀਆਂ ਕਾਲਸ ਆ ਰਹੀਆਂ ਨੇ, ਮੈਨੂੰ ਸਿਕਿਉਰਿਟੀ ਚਾਹੀਦੀ ਹੈ। ਇੱਕ ਹੋਰ ਬਹੁਤ ਮੰਨੇ ਹੋਏ ਮਿਊਜ਼ਿਕ ਡਾਇਰੈਕਟਰ ਨੇ ਕੁਛ ਦਿਨ ਪਹਿਲਾਂ, ਉਹਨਾਂ ਨੇ ਵੀ ਪੁਲਿਸ ਨੂੰ ਕਿਹਾ ਸੀ ਵੀ ਉਹਨਾਂ ਨੇ FIR ਵੀ ਕਰਾਈ ਹੈ ਵੀ ਮੈਨੂੰ ਵੀ ਇਹੋ ਜਿਹੀਆਂ ਧਮਕੀਆਂ ਆ ਰਹੀਆਂ ਵੀ ਮੈਨੂੰ ਸਿਕਿਉਰਿਟੀ ਚਾਹੀਦੀ ਹੈ। ਹੁਣ ਇਹ ਜਿਹੜਾ ਸਿਕਿਉਰਿਟੀ ਵਾਲਾ ਮਸਲਾ ਆ, ਸੌਖੇ ਕੀਤੇ ਮੈਨੂੰ ਜਿੱਥੇ ਤੱਕ ਪਤਾ ਆ ਵੀ ਟ੍ਰਿਬਿਊਨ 'ਚ ਕੰਮ ਕਰਕੇ ਵੀ ਜਦੋਂ ਵੀ ਆਪਾਂ ਗੱਲਬਾਤ ਵੀ ਕਰਦੇ ਹੁੰਦੇ ਸੀ ਵੀ ਸੌਖੇ ਕੀਤੇ ਪੁਲਿਸ ਕਿਸੇ ਨੂੰ ਸਿਕਿਉਰਿਟੀ ਨਹੀਂ ਦਿੰਦੀ। ਸੋ ਇਹ ਜਿਹੜਾ ਆ ਵੀ ਜਦੋਂ ਐਕਸਟੋਰਸ਼ਨ ਦੀ ਕਾਲ ਆਉਣੀ ਤੇ ਇਹਨਾਂ ਦਾ ਸਿਕਿਉਰਿਟੀ ਮੰਗਣਾ, ਇਹ ਤੁਹਾਨੂੰ ਲੱਗਦਾ ਹੈ ਵੀ ਇਦਾਂ ਕੰਮ ਚੱਲੂਗਾ? ਜੈਸਮੀਨ ਜੀ, ਇਹਦੇ ਵਿੱਚ ਬਈ ਮੈਨੂੰ ਪਹਿਲੀ ਗੱਲ ਤਾਂ ਸ਼ੱਕ ਨਾਲੇ ਦੇਖੂੰਗਾ, ਮੈਂ ਇਹਨੂੰ ਕੁਐਸਚਨ ਮਾਰਕ ਲਾ ਕੇ ਰੱਖੂੰਗਾ ਕਿ ਐਕਚੁਅਲੀ ਜਿਹੜੀ ਹੈਗੀ ਆ ਸਿਕਿਉਰਿਟੀ ਵਾਸਤੇ ਥ੍ਰੈਟ ਕਾਲ ਆਈ ਕਿ ਨਹੀਂ ਆਈ ਜੀ। ਪਿੱਛੇ ਜੇ ਤੁਸੀਂ ਇਹ ਦੇਖਿਆ ਹੋਣਾ ਕਿ ਇੱਕ ਬਹੁਤ ਹੀ ਜਿਹੜਾ ਟੌਪ ਦਾ ਸਿਰੇ ਦਾ ਗੈਂਗਸਟਰ ਮੁਖਤਾਰ ਅੰਸਾਰੀ, ਉਹਨੂੰ ਕਿਸ ਤਰ੍ਹਾਂ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਦੇ ਨਾਲ ਯੂਪੀ ਪੁਲਿਸ ਜਿਹੜੀ ਸੀ ਉਹ ਪੰਜਾਬ ਚੋਂ ਲੈ ਕੇ ਗਏ, ਪੰਜਾਬ ਉਹਨੂੰ ਛੱਡਦਾ ਨਹੀਂ ਸੀ ਜੀ। ਬਈ ਕਿੱਡਾ ਐਸੈਟ ਸੀ, ਯੂਪੀ ਦੀ ਸਰਕਾਰ ਉਹਨੂੰ ਆਪਣੇ ਵਾਸਤੇ ਵਰਤਣਾ, ਉੱਥੇ ਉਹਨੂੰ ਟਰਾਈ ਕਰਨਾ ਚਾਹੁੰਦੀ ਸੀ, ਉਹਦੇ ਉੱਪਰ ਕਈ ਕੇਸ ਚੱਲਦੇ ਸੀ। ਪੰਜਾਬ ਦੇ ਵਿੱਚ ਉਹਨੂੰ ਰੱਖਿਆ ਸੀਗਾ, ਔਰ ਉਹਦੇ ਵਿੱਚ ਤੁਸੀਂ ਇਹ ਦੇਖੋ ਜਿਹੜੀ ਪਲੀ ਕੀ ਸੀਗੀ, ਉਹਨੂੰ ਰੱਖਿਆ ਇਸ ਲਈ ਸੀਗਾ ਕਿ ਇੱਕ ਕੋਈ ਬਿਲਡਰ ਸੀ, ਕੋਈ ਉਹ ਕਹਿੰਦਾ ਜੀ ਮੁਖਤਾਰ ਅੰਸਾਰੀ ਮੈਨੂੰ
ਧਮਕੀਆਂ ਦਿੰਦਾ ਜੀ ਤਾਂ ਕਹਿੰਦੇ ਜੀ ਉਹ ਕੇਸ ਅਸੀਂ ਇਨਵੈਸਟੀਗੇਟ ਕਰਨ ਵਾਸਤੇ ਸਾਨੂੰ ਮੁਖਤਾਰ ਅੰਸਾਰੀ ਚਾਹੀਦਾ। ਹੁਣ ਬਾਅਦ ਚੋਂ ਨਿਕਲਿਆ ਕਿ ਉਹ ਸਾਰਾ ਇੱਕ ਲੜਿਆ ਮਿਲਿਆ ਹੀ ਕੰਮ ਸੀ। ਦੂਸਰੀ ਗੱਲ ਜਿਹੜੀ ਅਸੀਂ ਪਿੱਛੇ ਜੇ ਮੌਜੂਦਾ ਸਰਕਾਰ ਨੇ ਵੀ ਗੱਲ ਕੀਤੀ ਹੈ ਸਿਕਿਉਰਿਟੀ ਘਟਾਉਣ ਦੀ, ਇੱਕ ਰਿਵਾਜ ਵੀ ਆ ਪੰਜਾਬ ਦੇ ਵਿੱਚ ਵੀ ਅਸੀਂ ਸਿਕਿਉਰਿਟੀ ਲੈ ਕੇ ਤੁਰਨਾ ਦੇ ਨਾਲ ਤੁਹਾਡੇ ਉਹ ਜਿਹੜੇ ਹੈਗੇ ਕਾਲੇ ਡਰੈਸ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਦੀ ਬਿੱਲਾ ਵੀ ਲੱਗਿਆ ਹੁੰਦਾ ਕਮਾਂਡੋ, ਉਹ ਲਿਖਿਆ ਹੋਣਾ ਚਾਹੀਦਾ ਜੀ। ਹਾਂਜੀ, ਬਲੈਕ ਕੈਟ ਕਮਾਂਡੋਜ਼ ਹੋਣੀ ਚਾਹੀਦੀ ਆ। ਫਿਰ ਕਹੇ ਜੀ ਸਿਕਿਉਰਿਟੀ ਮਿਲਣੀ ਆ, ਐਕਸਿਸ ਲੈਵਲ ਸਿਕਿਉਰਿਟੀ ਮਿਲਣੀ ਆ, ਵਾਈ ਮਿਲਣੀ ਆ, ਜ਼ੈਡ ਮਿਲਣੀ ਆ। ਉਸੇ ਤਰ੍ਹਾਂ ਪੋਲੀਟੀਸ਼ੀਅਨਸ ਨੂੰ ਵੀ ਮਿਲਦੀ ਆ। ਇੱਕ ਪੋਲੀਟੀਸ਼ੀਅਨ ਦੇ ਨਾਲ ਕਿੰਨੀਆਂ ਗੱਡੀਆਂ ਚੱਲਦੀਆਂ ਨੇ, ਉਹਦੀ ਧਾਕ ਕਿੰਨੀ ਹੈ, ਇਹ ਸਾਰੀ ਦੀ ਸਾਰੀ ਇੱਕ ਲੈਵਲ ਦੇ ਉੱਤੇ। ਮੈਂ ਇਹ ਗੱਲ ਕਰਦਾ ਕਿ ਸਾਡੀ ਸੁਸਾਇਟੀ ਦੇ ਵਿੱਚ ਜਿਹੜਾ ਫੁਕਰਾਪਣ ਹੈ ਨਾ ਉਹ ਵੀ ਜ਼ਿੰਮੇਦਾਰ ਹੈ। ਅਸੀਂ ਉਹ ਟੌਰ ਮੰਨਦੇ ਆ ਲੋਕੀ ਬਈ ਇਹਦੀ ਟੌਰ ਹੈ। ਹੁਣ ਕਿਸੇ ਸਿੰਗਰ ਨੂੰ ਉਹਦੀ ਟੌਰ ਸਿਕਿਉਰਿਟੀ ਨਾਲ ਨਹੀਂ ਬਣਨੀ, ਉਹਦੀ ਟੌਰ ਉਹਦੇ ਗੀਤਾਂ ਨਾਲ ਬਣਨੀ। ਹੁਣ ਪਿੱਛੇ ਜੇ ਅਸੀਂ ਕਮਲ ਗਰੇਵਾਲ ਨੂੰ ਜਦੋਂ ਪੰਜਾਬ ਦਾ ਜਿਹੜਾ ਪੰਜਾਬ ਬੈਠਾ ਸੀ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਸੀ, ਅੰਦੋਲਨ ਕਰ ਰਿਹਾ ਸੀ, ਤਾਂ ਕਮਲ ਗਰੇਵਾਲ ਨੂੰ ਦੀ ਟੌਰ ਬਣੀ ਨਾ, ਕਿਉਂਕਿ ਗੀਤ ਇਹੋ ਜਿਹੇ ਸੋਹਣੇ ਗਾਏ, ਹੋਰ ਲੋਕਾਂ ਨੇ ਵੀ ਗਾਏ, ਰਣਜੀਤ ਬਾਵਾ ਨੇ ਵੀ ਗਾਏ, ਸਾਰਿਆਂ ਨੇ ਗਾਏ, ਉਹਨਾਂ ਦੀ ਟੌਰ ਬਣੀ। ਟੌਰ ਇਹ ਤਾਂ ਨਹੀਂ ਹੈ ਕਿ ਜੀ ਜਿਹੜੀ ਤੁਰੇ ਫਿਰਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਥ੍ਰੈਟ ਨਹੀਂ ਆਈ ਹੋਣੀ, ਬਟ ਮੈਂ ਸ਼ੱਕ ਦੀ ਨਿਗਾਹ ਨਾਲ ਜ਼ਰੂਰ ਦੇਖੂੰਗਾ, ਕਿਉਂਕਿ ਸਿਕਿਉਰਿਟੀ ਰੱਖਣੀ ਉਹ ਵੀ। ਔਰ ਜੈਸਮੀਨ ਜੀ ਕਮਾਲ ਦੀ ਗੱਲ ਇਹ ਹੈ, ਚਾਹੇ ਪੋਲੀਟੀਸ਼ੀਅਨ ਹੋਣ ਚਾਹੇ ਕਲਾਕਾਰ ਹੋਣ, ਅਗੇਨ ਉਹਨਾਂ ਦਾ ਜਿਹੜਾ ਰੁਤਬਾ ਜਿਹੜਾ ਹੈ ਉਹ ਲੋਕਾਂ ਤੋਂ ਆਉਣਾ, ਉਹ ਚਾਹੇ ਤੁਹਾਡੀ ਪਪੂਲੈਰਿਟੀ ਦੇ ਥਰੂ ਆਉਣਾ। ਔਰ ਫਿਰ ਜਦੋਂ ਪਪੂਲਰ ਹੋ ਜਾਂਦੇ ਨੇ ਜਾਂ ਸਿਆਸਤ ਦੇ ਵਿੱਚ ਉੱਪਰ ਟੀਸੀ ਤੇ ਪਹੁੰਚ ਜਾਂਦੇ ਨੇ, ਫਿਰ ਜੀ ਉਹ ਵਿੱਚ ਇੱਕ ਬਫਰ ਬਣਾਉਂਦੇ ਆ, ਇੱਕ ਰੁਕਾਵਟ ਬਣਾਉਂਦੇ ਆ ਸਿਕਿਉਰਿਟੀ ਦੀ ਕਿ ਲੋਕ ਸਾਡੇ ਕੋਲੇ ਨਾ ਆਉਣ। ਲੋਕ ਤੁਹਾਡੇ ਕੋਲੇ ਸਿਆਸੀ ਲੀਡਰਾਂ ਦੇ ਕੋਲੇ ਉਦੋਂ ਆਉਣਗੇ ਜਦੋਂ ਉਹਨਾਂ ਨੂੰ ਔਖਿਆਈ ਹੋਊਗੀ। ਤੁਸੀਂ ਉਹ ਔਖਿਆਈ ਦੂਰ ਕਰਦੇ ਹੋ, ਲੋਕ ਤੁਹਾਡੇ ਕੋਲੇ ਨਹੀਂ ਆਉਣਗੇ, ਤੁਹਾਨੂੰ ਕੰਮ ਕਰਨ ਦੇਣਗੇ। ਹੁਣ ਜਿਹੜੇ ਸਿੰਗਰਸ ਨੇ ਉਹਨਾਂ ਦਾ ਵੀ ਇਹੀ ਹੈ ਕਿ ਜੇ ਤੁਸੀਂ ਪਰਫਾਰਮੈਂਸਿਸ ਦਿੰਦੇ ਹੋ, ਵਧੀਆ ਗੀਤ ਦਿੰਦੇ ਹੋ, ਉਹ ਤੁਹਾਡੇ ਗੀਤ ਆਪਣੇ ਆਪ। ਹੁਣ ਅਸੀਂ ਆਪਣੇ ਮੋਬਾਈਲ ਫੋਨ ਤੇ ਬੈਠ ਕੇ, ਹੁਣ ਮੈਨੂੰ ਤਾਂ ਮਨਕੀਰਤ ਔਲਖ ਨੂੰ ਮਿਲਣ ਦੀ ਕੋਈ ਮੇਰੀ ਇੱਛਾ ਨਹੀਂ ਹੈ, ਮੈਂ ਉਹਦੇ ਗੀਤ ਸੁਣ ਲੂੰਗਾ ਆਪਣੇ, ਜਦੋਂ ਵੀ ਮੈਂ ਉਹਨੂੰ ਮਿਲ ਕੇ ਜਾਂ ਉਹਦੇ ਨਾਲ ਹੱਥ ਮਿਲਾ ਕੇ ਜੇ ਕਿਤੇ ਮੌਕਾ ਮਿਲਿਆ ਤਾਂ ਠੀਕ ਹੈ, ਜਾਂ ਭੱਜ ਕੇ ਜਾਣ ਦੀ ਲੋੜ ਨਹੀਂ ਹੈ। ਬਟ ਨੌਜਵਾਨ ਸਾਡੇ ਹੈਗੇ ਆ ਜੀ, ਜਿਹੜਾ ਟੋਟਲ ਸ਼ੋਅ ਬਿਜ਼ ਸਾਡਾ ਚੱਲਿਆ, ਹੁਣ ਸੈਲਫੀ ਕਲਚਰ ਹੈ, ਅਸੀਂ ਸੈਲਫੀ ਵੀ ਖਿਚਾਉਣੀ ਆ, ਫਿਰ ਉਹ ਭੀੜ ਪੈਂਦੀ ਹੈ। ਸੋ ਕਈ ਐਸਪੈਕਟਸ ਉਹਦੇ ਚ ਆਉਂਦੇ ਨੇ ਉਹਨਾਂ ਨੂੰ ਸਿਕਿਉਰਿਟੀ ਮੰਗਣ ਦੀ। ਹੁਣ ਸਿਕਿਉਰਿਟੀ ਜੇ ਖਰੀਦ ਕੇ ਰੱਖਣੀ ਹੋਵੇ, ਉਹ ਵੀ ਇੱਕ ਜੈਸਮੀਨ ਜੀ ਜਿਹੜੀ ਹੈਗੀ ਇੱਕ ਪ੍ਰੋਬਲਮ ਹੈ ਕਿ ਏਜੰਸੀਜ਼ ਜਿਹੜੀਆਂ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੀਆਂ ਨੇ, ਉਹਨਾਂ ਦੇ ਕੋਲੇ ਹਥਿਆਰਬੰਦ ਸਿਕਿਉਰਿਟੀ ਗਾਰਡਸ ਨਹੀਂ ਹੁੰਦੇ। ਉਹਦੇ ਨਾਲ ਫਿਰ ਉਹੀ ਗੱਲ ਆਉਂਦੀ ਹੈ, ਟੌਰ ਨਹੀਂ ਆਉਂਦੀ। ਪ੍ਰਾਈਵੇਟ ਏਜੰਸੀਜ਼ ਹੈਗੀਆਂ ਨੇ, ਪਰ ਫਿਰ ਉੱਥੇ ਫਿਰ ਪੈਸੇ ਦੇਣੇ ਪੈਂਦੇ ਆ। ਹੁਣ ਤੁਸੀਂ ਸਿਕਿਉਰਿਟੀ ਆਪਣੀ ਥ੍ਰੈਟ ਵਗੈਰਾ ਕਰਵਾ ਲਓ ਤੇ ਥ੍ਰੈਟ ਪਰਸੈਪਸ਼ਨ ਜਿਹੜੀ ਹੈਗੀ ਆ ਉਹ ਵਧਵਾ ਲਓ, ਤੇ ਫਿਰ ਉਹ ਸਾਰੀ ਦੀ ਸਾਰੀ ਸਾਹਮਣੇ ਆ ਜਾਂਦਾ ਵੀ ਪੰਜਾਬ ਸਰਕਾਰ ਟੈਕਸ ਪੇਅਰਸ ਮਨੀ ਦੇ ਉੱਤੇ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰੂਗੀ। ਹੁਣ ਮੌਜੂਦਾ ਸਰਕਾਰ ਦਾ ਹੀ ਦੇਖ ਲਓ, ਇਹਨਾਂ ਨੇ ਜਿਹੜੇ ਵਿਰੋਧੀ ਪੋਲੀਟੀਸ਼ੀਅਨ ਸੀ ਜਾਂ ਸਾਬਕਾ ਐਮਐਲਏ ਸੀ, ਸਾਬਕਾ ਮੁੱਖ ਮੰਤਰੀ ਸੀਗੇ, ਉਹਨਾਂ ਦੀ ਸਿਕਿਉਰਿਟੀ ਤਾਂ ਘਟ ਗਈ। ਜਿਹੜੇ ਆਪਣੇ ਮਿਨਿਸਟਰ ਨੇ, ਇਹਨਾਂ ਦੀ ਘਟੀ ਕਿ ਨਹੀਂ ਘਟੀ, ਇਹਦੇ ਬਾਰੇ ਹਾਲੇ ਤੱਕ ਨਾ ਤਾਂ ਉਹਨਾਂ ਨੇ ਵੇਰਵਾ ਦਿੱਤਾ ਤੇ ਨਾ ਹੀ ਉਹ ਕਿਤੇ ਦੇਖਣ ਨੂੰ ਆਉਂਦੀ ਹੈ। ਤੇ ਉਹ ਸਿਕਿਉਰਿਟੀ ਦਾ ਅਮਲਾ ਜਿਹੜਾ ਹੈਗਾ ਸਰਕਾਰ ਵਾਲੇ ਪਾਸੇ, ਉਹ ਉਵੇਂ ਦਾ ਉਵੇਂ ਹੈ। ਸੋ ਲੋਕੀ ਉਸ ਜਿਹੜੀ ਹੈਗੀ ਆ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰੇ ਦਾ ਸਾਰਾ। ਇਹ ਇੱਕ ਲੈਵਲ ਦੇ ਉੱਤੇ ਇੱਕ ਸੁਪਰਫੀਸ਼ੀਅਲ ਜਿਹੜੀ ਐਗਜ਼ਿਸਟੈਂਸ ਜਿਹੜੀ ਪੰਜਾਬੀ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਫੁਕਰਾਪਣ, ਉਹਦਾ ਵੀ ਹਿੱਸਾ ਹੋ ਗਈ ਜੀ। ਤੇ ਦੂਜੇ ਪਾਸੇ ਮੈਨੂੰ ਲੱਗਦਾ ਵੀ ਇਹ ਆਇਰਨੀ ਹੈ ਇੱਕ ਸੋਸਾਇਟੀ ਦੀ ਵੀ, ਤਰਾਸਦੀ ਵੀ ਹੈ ਕਿ ਤੁਸੀਂ ਆਹ ਦੇਖੋ ਵੀ ਇਹੀ ਗੈਂਗਸਟਰਸ ਤੋਂ ਜਿਹੜੇ ਸਿੰਗਰਸ ਨੇ ਜਾਂ ਇੰਡਸਟਰੀ ਜਿਹੜੀ ਹੈ ਪੂਰੀ, ਉਹ ਕਹਿ ਰਹੀ ਹੈ ਵੀ ਹਾਹਾਕਾਰ ਮੱਚੀ ਹੋਈ ਹੈ, ਸਾਨੂੰ ਕਾਲਸ ਆ ਰਹੀਆਂ, ਤੇ ਦੂਜੇ ਪਾਸੇ ਜਿਹੜੇ ਗੀਤ ਨੇ, ਦੂਜੇ ਪਾਸੇ ਜਿਹੜੀਆਂ ਫਿਲਮਾਂ ਨੇ, ਉਹ ਇਹਨਾਂ ਨੂੰ ਹੀ ਗਲੋਰੀਫਾਈ ਕਰ ਰਹੀਆਂ ਨੇ। ਜੈਸਮੀਨ ਜੀ ਉਹ ਤਾਂ ਹੋਊਗਾ ਹੀ, ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਹਦੇ ਵੀ ਦੋ ਕਿਸਮ ਦੇ ਨੇ, ਇੱਕ ਗੁੱਡ ਗੈਂਗਸਟਰਸ ਦਾ ਆ ਗਿਆ ਹੁਣ, ਕਿਉਂਕਿ ਸਾਡਾ ਜਿਹੜਾ ਆਪਣਾ ਵਿਸ਼ਵਾਸ ਹੈ ਕਿ ਸਰਕਾਰ ਮੈਨੂੰ ਨਿਆਂ ਦਊਗੀ, ਉਹ ਨਹੀਂ ਹੈ। ਹੁਣ ਮੈਂ ਇੱਕ ਵਾਰੀ ਗੱਲ ਕਰ ਰਿਹਾ ਸੀਗਾ ਜੀ, ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਗੱਡੀਆਂ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਭਗਤ ਸਿੰਘ ਦੀਆਂ ਫੋਟੋਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਜੀ। ਔਰ ਉਹ ਦੋਨਾਂ ਦਾ ਜਿਹੜਾ ਸੀਗਾ ਜੀ, ਉਹਨਾਂ ਦਾ ਆਰਮਡ ਰੈਜ਼ਿਸਟੈਂਸ ਟੂ ਦੀ ਸਟੇਟ ਜਿਹੜੀ ਹੈਗੀ ਆ,
ਉਹ 'ਚ ਦੋਨੋਂ ਜਣੇ ਬਿਲੀਵ ਕਰਦੇ ਸੀ। ਮੈਨੂੰ ਇੱਕ ਬਹੁਤ ਸੀਨੀਅਰ ਜਰਨਲਿਸਟ ਨੇ ਕਿਹਾ ਜੀ, ਉਹ ਸੰਤ ਪਿੰਡਰਾਲੇ ਦੀਆਂ ਫੋਟੋਆਂ ਦੇਖ ਕੇ ਕਹਿੰਦੇ ਜੀ ਇਹ ਖਾਲਿਸਤਾਨੀ ਹੈ, ਐਸੇ ਘੂਮ ਰਹੇ। ਮੈਂ ਕਿਹਾ ਨਹੀਂ, ਇਹ ਇਹਨਾਂ ਚੋਂ, ਮੈਂ ਕਿਹਾ ਜੀ ਖਾਲਿਸਤਾਨ ਦਾ ਕੰਮ ਤਾਂ ਪੰਜਾਬ ਚੋਂ ਮੁੱਕਿਆ ਹੋਇਆ, ਇੱਥੇ ਇੰਨੇ ਉਸ ਨਹੀਂ ਹੈਗੇ। ਬਟ ਵਾਟ ਇਜ਼, ਮੈਂ ਕਿਹਾ ਜੀ ਉਹਨੂੰ ਮੈਂ ਦਿਖਾਤਾ ਬੰਦੇ ਦੇ ਵਾਲ ਕੱਟੇ ਹੋਏ, ਕੰਨ 'ਚ ਮੁਰਕੀ ਪਾਈ ਹੋਈ, ਸ਼ੇਵ ਕੀਤੀ ਹੋਈ। ਮੈਂ ਕਿਹਾ ਜੀ ਸੰਤ ਪਿੰਡਰਾਂਵਾਲਾ ਵੁੱਡ ਨਾਟ ਜਿਹੜਾ ਹੈਗਾ ਇਸ ਨੂੰ ਐਕਸੈਪਟ ਕਰਨਗੇ ਜੀ। ਹੀ ਵਾਜ਼ ਅ ਪਰਸਨ, ਉਹ ਜਿਹੜਾ ਸਾਬਤ ਸਿੱਖੀ ਸਰੂਪ ਹੈ। ਮੈਂ ਕਿਹਾ ਜੀ ਇਹਦੇ ਨਾਲ ਗੱਲ ਕਰ ਲੈਂਦੇ ਹਾਂ। ਅਸੀਂ ਉਹਦੇ ਨਾਲ ਗੱਲ ਕੀਤੀ ਬਈ ਹਾਂ ਬਈ ਤੂੰ ਸੰਤ ਪਿੰਡਰਾਂਵਾਲੇ ਦੀ ਜਿਹੜੀ ਹੈਗੀ ਆ ਉਹ ਫੋਲੋ ਕਰ ਲੈ। ਕਹਿੰਦਾ ਬੰਦਾ ਬੜਾ ਘੈਂਟ ਸੀ, ਉਹਨੇ ਸਰਕਾਰ ਦੇ ਗੋਡੇ ਟਿਕਾਤੇ। ਹੁਣ ਜਿਹੜੀ ਸਰਕਾਰ ਦੇ ਗੋਡੇ ਟਿਕਾਉਣ ਦੀ ਜਿਹੜੀ ਡਿਜ਼ਾਇਰ ਆ ਉਹ ਕਿਉਂ ਹੋਵੇ ਜੀ ਕਿਸੇ ਇੱਕ ਆਮ ਸਿਟੀਜ਼ਨ ਦੀ? ਵੀ ਹਾਂਜੀ ਮੈਂ ਔਰ ਉਹ ਹੁਣ ਤੁਸੀਂ ਇਹ ਦੇਖੋ, ਭਗਤ ਸਿੰਘ ਦੀ ਫੋਟੋ ਦੇ ਥੱਲੇ ਲਿਖਿਆ ਸੀ ਅਸੀਂ ਗੋਰੇ ਖੰਗੇ ਸੀ, ਅਸੀਂ ਟੰਗੇ ਸੀ ਜੀ। ਤੇ ਜਿਹੜੀ ਇਹ ਵਿੱਚ ਹੈਗੀ ਹੈ ਨਾ ਕਿ ਸਰਕਾਰ ਜਿਹੜੀ ਹੈ ਉਹ ਮੇਰੇ ਨਾਲ ਅਨਿਆਂ ਕਰ ਰਹੀ ਹੈ, ਔਰ ਸਰਕਾਰ ਦੇ ਖਿਲਾਫ ਜਿਹੜਾ ਵੀ ਕੋਈ ਐਕਸ਼ਨ ਕਰਦਾ ਉਹ ਮੇਰਾ ਹੀਰੋ ਬਣ ਜਾਂਦਾ। ਇਹ ਜਿਹੜੀ ਇਹ ਟੈਂਡੈਂਸੀ ਹੈ, ਇਹ ਸਰਕਾਰ ਦੇ ਵਿੱਚ ਜਿਹੜੀ ਸਾਡੀ ਪੋਲੀਟੀਕਲ ਲੀਡਰਸ਼ਿਪ ਆ ਔਰ ਜਿਹੜੀ ਐਗਜ਼ੈਕਟਿਵ ਆ, ਜਿਹੜੀ ਬਿਊਰੋਕ੍ਰੈਟਿਕ ਐਗਜ਼ੈਕਟਿਵ ਆ ਜਿਹਨੇ ਡਿਲੀਵਰ ਕਰਨਾ, ਹੁਣ ਉਹਦੇ ਵਿੱਚ ਵੀ ਪ੍ਰੋਬਲਮ ਹੈ ਜੈਸਮੀਨ ਜੀ। ਜਿਹੜੀ ਬਿਊਰੋਕ੍ਰੈਟਿਕ ਐਗਜ਼ੈਕਟਿਵ ਆ, ਜਿਹੜੇ IAS ਆਫੀਸਰ ਜਾਂ IPS ਆਫੀਸਰਸ ਨੇ, ਉਹ ਕਿਹੜੇ ਸਿਸਟਮ 'ਚ ਕੰਮ ਕਰ ਰਹੇ ਆ? ਉਹ ਅੰਗਰੇਜ਼ਾਂ ਦਾ ਬਣਾਇਆ ਸਿਸਟਮ ਹਾਲੇ ਵੀ ਜਿਹੜਾ ਇੱਕ ਕਲੋਨੀਅਲ ਮਾਈਂਡ ਸੈਟ ਦੇ ਨਾਲ ਕੰਮ ਕਰਦੇ ਨੇ। ਜਿਹੜੀ ਹੈਗੀ ਆ ਰੂਲਿੰਗ ਐਂਡ ਦੀ ਰੂਲਡ ਜਿਹੜਾ ਹੈਗਾ ਰਾਜਾ ਔਰ ਪ੍ਰਜਾ ਦਾ ਸਿਸਟਮ ਜਿਹੜਾ ਹੈ ਉਸ 'ਚ ਕੰਮ ਕਰਦੇ ਆ ਬਈ ਅਸੀਂ ਇਹਨਾਂ ਦੇ ਉੱਤੇ ਰਾਜ ਕਰਨਾ ਲੋਕਾਂ ਦੇ ਉੱਪਰ। ਸੋ ਜਦੋਂ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਰਾਜ ਦਾ ਕੰਮ ਤਾਂ ਹੈ ਹੀ ਨਹੀਂ, ਇਟ ਇਜ਼ ਅ ਪਾਰਟਨਰਸ਼ਿਪ। ਹੁਣ ਤੁਸੀਂ ਕੈਨੇਡਾ ਦੇ ਵਿੱਚ ਵੀ ਦੇਖਦੇ ਹੋ, ਅੱਜ ਤੁਹਾਡੇ ਦੇਖਿਆ ਵੀ ਤੁਸੀਂ ਆਰਾਮ ਨਾਲ ਗੱਲ ਕਰ ਰਹੇ ਹੋ, ਤੁਹਾਡੇ ਇੱਕ ਇਲੈਕਟਿਡ ਰਿਪਰੈਜ਼ੈਂਟੇਟਿਵ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਪ੍ਰੋਗਰਾਮ ਦੇ ਰਾਹੀਂ। ਇਹ ਪੰਜਾਬ ਦੇ ਵਿੱਚ ਲੈ ਕੇ ਆਉਣਾ, ਹੁਣ ਤਾਂ ਅੱਜ ਕੱਲ੍ਹ ਪੰਜਾਬ ਤੇ ਇੰਡੀਆ 'ਚ ਤੁਸੀਂ ਜਿਹੜਾ ਜਰਨਲਿਸਟ ਹੈ ਉਹ ਸਵਾਲ ਨਹੀਂ ਪੁੱਛ ਸਕਦਾ। ਹੁਣ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੂੰ ਜੇ ਤੁਸੀਂ ਕਹੋ ਜੀ ਮੈਂ ਤੁਹਾਡੀ ਇੰਟਰਵਿਊ ਕਰਨੀ ਆ ਜੈਸਮੀਨ ਜੀ, ਮੈਂ ਬੜੀ ਜਿਹੜੀ ਹੈਗੀ ਆ ਜ਼ਿੰਮੇਵਾਰੀ ਨਾਲ ਕਹਿਣਾ ਕਿ ਇਹੋ ਜਿਹਾ ਕੰਮ ਤਾਂ ਈਵਨ 80-90 ਦੇ ਦਹਾਕਿਆਂ 'ਚ ਵੀ ਨਹੀਂ ਸੀ ਸਾਨੂੰ ਦੇਖਣ ਨੂੰ ਮਿਲਦਾ ਕਿ ਅਸੀਂ ਚਾਹੇ ਕਿਸੇ ਮਿਲੀਟੈਂਟ ਨੂੰ ਇੰਟਰਵਿਊ ਕਰਨਾ, ਕਿਸੇ ਪੁਲਿਸ ਆਫੀਸਰ ਨੂੰ ਇੰਟਰਵਿਊ ਕਰਨਾ, ਇਹੋ ਜਿਹਾ ਕੁਝ ਨਹੀਂ ਸੀ। ਹੁਣ ਹੁੰਦਾ। ਹੁਣ ਉਹ ਪਹਿਲਾਂ ਨੇ, ਜੇ ਤੁਸੀਂ ਫੋਰ ਐਗਜ਼ਾਮਪਲ ਇੱਕ ਕੋਈ ਪੋਲੀਟੀਸ਼ੀਅਨ ਆ, ਉਹਦੇ ਜਿਹੜੇ ਮੀਡੀਆ ਦਾ PRO ਆ ਜਾਂ ਮੀਡੀਆ ਹੈਂਡਲ ਕਰਨ ਵਾਲੇ ਬੰਦੇ ਨੇ, ਹੁਣ ਤਾਂ ਉਹਨਾਂ ਨੇ ਮੀਡੀਆ ਹੈਂਡਲ ਕਰਨ ਵਾਲੀਆਂ ਪ੍ਰਾਈਵੇਟ ਏਜੰਸੀਆਂ ਵੀ ਰੱਖੀਆਂ ਹੋਈਆਂ, ਉਹ ਤੁਹਾਡੇ ਕੋਲ ਪਹਿਲਾਂ ਆਊਗਾ ਔਰ ਤੁਹਾਡੇ ਤੇ ਕੰਡੀਸ਼ਨਸ ਲਾਉਂਦਾ, ਤੁਸੀਂ ਆਹ ਸਵਾਲ ਨਹੀਂ ਪੁੱਛਣੇ, ਫਲਾਨਾ ਤਿਮਕੜਾ। ਇਹ ਸਾਰੇ ਦਾ ਸਾਰਾ ਸਿਸਟਮ ਇੱਕ ਨਵਾਂ ਹੀ ਬਣਦਾ ਤੁਰਿਆ ਆ ਰਿਹਾ, ਜਿਹੜਾ ਤੁਹਾਨੂੰ ਇੱਕ ਜਿਹੜਾ ਹੈਗਾ ਗੈਰ ਜਮਹੂਰੀ ਤੌਰ ਤਰੀਕਾ ਲੈ ਕੇ ਆ ਰਿਹਾ ਜੀ, ਜਿਹੜਾ ਗੈਰ ਜਮਹੂਰੀ ਬਿਹੇਵੀਅਰ ਆ ਰਿਹਾ। ਜਦੋਂ ਜਿੰਨੀ ਸਰਕਾਰ ਜਿਹੜੀ ਹੈਗੀ ਆ ਉਹ ਆਪਣੇ ਲੋਕਾਂ ਦੇ ਨਾਲ ਪਾਰਟਨਰਸ਼ਿਪ ਦੇ ਵਿੱਚ ਐਂਟਰ ਕਰਕੇ ਨੇਸ਼ਨ ਬਿਲਡਿੰਗ ਦੇ ਪ੍ਰੋਸੈਸ ਦੀ ਬਜਾਏ ਅਸੀਂ ਰਾਜ ਕਰਨ ਵਾਸਤੇ ਆਉਣੇ ਵੀ ਅਸੀਂ ਤੁਹਾਨੂੰ ਰਾਜ ਕਰਨਾ ਤੁਹਾਡੇ ਤੇ, ਉਹਦੇ ਵਿੱਚ ਜਿਹੜੀ ਨਿਆਂ ਪ੍ਰਣਾਲੀ ਆ ਉਹ ਸਫਰ ਕਰਦੀ ਆ, ਲੋਕਾਂ ਦਾ ਵਿਸ਼ਵਾਸ ਉਹ ਚੋਂ ਘਟ ਜਾਂਦਾ। ਪਰ ਤੁਸੀਂ ਇਹ ਮੈਂ ਕਹਿੰਦਾ ਜੀ ਧੰਨ ਨੇ ਪੰਜਾਬੀ ਜਿਹੜੇ ਇੰਨੀ ਜਿਹੜੀ ਹੈਗੀ ਆ ਇੱਕ ਰੋਟਨ ਸਿਸਟਮ ਜਿਹੜਾ ਹੈਗਾ, ਜਿਹੜਾ ਇਟ ਫੇਲਸ ਟੂ ਡਿਲੀਵਰ। ਚਾਹੇ ਤੁਸੀਂ ਹੁਣ ਤੱਕ ਬਈ 1947 ਤੋਂ ਲੈ ਕੇ ਇੱਥੇ ਤੱਕ ਦੇਖ ਲਿਆ, ਸਫਰ ਦੇਖ ਲਿਆ, ਵਿੱਚ ਜਿਹੜਾ ਸੀ ਦਹਾਕਾ ਸੀ, ਅਸੀਂ ਹਿੰਸਾ ਦੇ ਨਾਲ ਵੀ ਅਸੀਂ ਐਕਸਪੈਰੀਮੈਂਟ ਕਰ ਲਿਆ, ਪਰ ਵਾਪਸ ਅਸੀਂ ਕਹਿੰਦੇ ਹਾਂ ਜੀ ਨਹੀਂ, ਹਿੰਸਾ ਸਾਡੇ ਵਾਸਤੇ ਨਹੀਂ ਹੈ, ਸਾਡਾ ਕੰਮ ਨਹੀਂ ਹੈ, ਅਸੀਂ ਜਮਹੂਰੀ ਤੌਰ ਤਰੀਕਾ ਹੀ ਵਰਤਾਂਗੇ। ਔਰ ਉਹਨਾਂ ਨੇ ਜਮਹੂਰੀਅਤ ਦੇ ਵਿੱਚ ਹੀ ਵਿਸ਼ਵਾਸ ਰੱਖਿਆ ਹੋਇਆ। ਔਰ ਦੇਖੋ ਵੋਟਾਂ ਪੈਂਦੀਆਂ ਨੇ ਕਿੰਨੇ, ਅਸੀਂ ਸਰ ਜੀ ਸਮਾਂ ਸਾਡੇ ਕੋਲੇ ਥੋੜਾ ਘੱਟ ਹੈ, ਤੇ ਜੇ ਤੁਸੀਂ ਥੋੜਾ ਮੈਨੂੰ ਵਾਈਂਡ ਅਪ ਕਰ ਦਿਓ ਤੇ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੋਵਾਂਗੀ ਮੈਂ। ਜੈਸਮੀਨ ਜੀ, ਵਾਈਂਡ ਅਪ ਦੇ ਵਿੱਚ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਇੱਕ ਵਾਰੀ ਫੇਰ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਕੀਤਾ। ਹੁਣ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਸਾਡੀ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪਹਿਲੀ ਗੱਲ, ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੋਈ, ਇਹਦੇ ਵਿੱਚ ਇਹਨਾਂ ਦੇ ਵਾਸਤੇ ਵੋਟ ਨਹੀਂ ਹੋਈ। ਪੰਜਾਬ ਹਮੇਸ਼ਾ ਜਿਹੜੀਆਂ ਹੁਣ ਤੱਕ ਦੇ ਟ੍ਰੈਂਡ ਨੇ ਉਹ ਖਿਲਾਫ ਵੋਟ ਪਾਉਂਦਾ। 2012 ਚ ਉਹਨਾਂ ਨੇ ਅਕਾਲੀ ਦਲ ਦੇ ਫੇਵਰ ਚ ਵੋਟ ਪਾਈ ਸੀ ਡਿਵੈਲਪਮੈਂਟ ਦੇ ਵਾਸਤੇ। ਹੁਣ ਜਿਹੜੀ ਖਿਲਾਫ ਵੋਟ ਪਾਉਂਦਾ ਵੀ ਇੱਕ ਸਿਸਟਮ ਆ ਵੀ ਉਹਨੂੰ ਰਿਜੈਕਟ ਕਰਦਾ। ਉਹਨਾਂ ਨੇ ਜਿਹੜੀ ਟ੍ਰੈਡੀਸ਼ਨਲ ਪਾਰਟੀ ਸੀ ਉਹਨਾਂ ਨੂੰ ਰਿਜੈਕਟ ਕੀਤਾ ਕਿ ਉਹਨਾਂ ਦੀ ਸੇਫਟੀ ਨਹੀਂ ਹੈ, ਸਾਡੀ ਜਿਹੜੀ ਹੈਗੀ ਆ ਨਾਰਮਲ ਸਿਟੀਜ਼ਨ ਸੇਫ ਨਹੀਂ ਮਹਿਸੂਸ ਕਰ ਰਿਹਾ, ਨਿਆਂ ਪ੍ਰਣਾਲੀ 'ਚ ਪ੍ਰੋਬਲਮ ਹੈ। ਸੋ ਹੁਣ ਉਹਨਾਂ ਨੇ ਇੱਕ ਮੌਕਾ ਮਿਲਿਆ ਆਮ ਆਦਮੀ ਪਾਰਟੀ ਨੂੰ ਇਹਨਾਂ 5 ਸਾਲਾਂ ਦੇ ਵਿੱਚ, ਉਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜੋ ਨਹੀਂ ਕਰ ਸਕੀਆਂ, ਇਹਨਾਂ ਨੂੰ ਕਰਨਾ ਚਾਹੀਦਾ
ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜਮਹੂਰੀਅਤ ਦੇ ਵਿੱਚ ਤੇ ਨਿਆਂ ਪ੍ਰਣਾਲੀ ਦੇ ਵਿੱਚ ਬਣ ਜੇ। ਜਿੰਨੀ ਤੁਸੀਂ ਜਮਹੂਰੀਅਤ ਨੂੰ ਸਟਰੈਂਥਨ ਕਰਦੇ ਤੁਰੇ ਜਾਓਗੇ, ਜਿੰਨਾ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਤਕੜੀਆਂ ਹੋਣਗੀਆਂ, ਉਹਦੇ ਨਾਲ ਜਿਹੜੀਆਂ ਹਿੰਸਕ ਟੈਂਡੈਂਸੀਜ਼ ਵੀ ਤੇ ਜਿਹੜੇ ਹੈਗੇ ਆ ਗੈਂਗਸਟਰਸ ਵਗੈਰਾ, ਇਹਨਾਂ ਦੀ ਸਪੇਸ ਘਟ ਜੂਗੀ, ਆਪਣੇ ਆਪ ਹੌਲੀ ਹੌਲੀ ਖਤਮ ਹੋ ਜੂਗੀ। ਗੈਂਗਸਟਰ ਨੂੰ ਗੋਲੀ ਮਾਰ ਦਿਓਗੇ, ਨਵਾਂ ਗੈਂਗਸਟਰ ਪੈਦਾ ਹੋ ਜੂਗਾ। ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਗੈਂਗਸਟਰਸ ਨੂੰ ਪੈਦਾ ਕਰਦੀਆਂ, ਸਾਨੂੰ ਉਹ ਖਤਮ ਕਰਨ ਦੀ ਲੋੜ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸਰਬਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੈਸਮੀਨ। ਥੈਂਕ ਯੂ ਜੀ, ਥੈਂਕ ਯੂ।